2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਸਿਟੀਜ਼ਨਸ਼ਿਪ ਜਾਂ OCI ਕਾਰਡ ਜਾਂ ਕੋਈ ਹੋਰ ਤਰ੍ਹਾਂ ਦੀ ਤੁਹਾਨੂੰ ਇਮੀਗ੍ਰੇਸ਼ਨ ਸਰਵਿਸਿਜ਼ ਚਾਹੀਦੀਆਂ ਨੇ ਤਾਂ ਸੇਖੋ ਇਮੀਗ੍ਰੇਸ਼ਨ ਸਰਵਿਸਿਜ਼ ਤੁਸੀਂ ਕੈਲੀਫੋਰਨੀਆ ਦੇ ਵਿੱਚ ਗੁਰਸ਼ਰਨ ਸਿੱਖ ਹੋਰਾਂ ਨਾਲ 510 299 88 ਯਾਨੀ ਕਿ 5102009988 ਤੇ ਸੰਪਰਕ ਕਰ ਸਕਦੇ ਹੋ। ਲੌਂਗ ਹਾਲ ਚੱਲਣ ਵਾਲੇ ਟਰੱਕਰ ਵੀਰ, ਜੇਕਰ ਤੁਸੀਂ ਲੋਕਲ ਕੰਮ ਚਾਹੁੰਦੇ ਹੋ ਤਾਂ ਸੈਟਲ ਦੇ ਵਿੱਚ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ ਗੁਰਵਿੰਦਰ ਅਦੀਵਾਲ ਤੇ ਜਗਦੇਵ ਸੰਧੂ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ ਜੀ 206 354 40 60 ਤੇ ਜਗਦੇਵ ਸੰਧੂ ਨਾਲ 253 266 69 64 ਦੇ ਉੱਤੇ ਸੰਪਰਕ ਕਰ ਸਕਦੇ ਹੋ। 2532666924 ਤੇ ਕਾਲ ਕਰ ਸਕਦੇ ਹੋ। ਕਾਲ ਟਰੱਕ ਐਂਡ ਟ੍ਰੇਲਰ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ ਹੈ ਜੀ। ਇੱਥੇ ਤੁਹਾਨੂੰ ਸੈਮੀ ਤੇ ਟ੍ਰੇਲਰ ਦਾ ਸਾਰਾ ਕੰਮ ਕਰਕੇ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ DOT ਸੇਫਟੀ ਵੀ ਹੈ। ਤੁਸੀਂ ਸੰਪਰਕ ਕਰ ਸਕਦੇ ਹੋ ਬਲਤੇਜ ਪਨੇਸਰ ਹੋਰਾਂ ਨਾਲ 204 459 2000 2044592000 ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸੁਮੇਧ ਸੈਣੀ ਗ੍ਰਿਫਤਾਰ ਤੇ ਮੁੜ ਰਿਹਾ, ਬੜੀ ਚਰਚਾ ਹੋ ਰਹੀ ਹੈ। ਕਹਿੰਦੇ ਅੱਧੀ ਰਾਤ ਨੂੰ ਲੱਗੀਆਂ ਜੀ ਕਚਹਿਰੀਆਂ। ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਈ ਮੁਕੱਦਮੇ ਦਰਜ ਹੈ ਜੀ। ਜੇ ਆਪਾਂ ਪਛਾਣ ਨਿਗਾਹ ਮਾਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਉਹੀ ਦੇਖ ਲਓ, ਇੱਕ ਮੁਕੱਦਮਾ ਦਰਜ ਹੋਇਆ ਸੀ 1992 ਦੇ ਵਿੱਚ ਜੀ। ਔਰ ਉਸ ਵੇਲੇ ਜਿਹੜਾ 1992 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ 92-93 ਦੇ ਵਿੱਚ, ਹਾਂਜੀ, ਉਹ ਬਲਵੰਤ ਸਿੰਘ ਮੁਲਤਾਨੀ ਵਾਲਾ ਜੀ ਮਾਮਲਾ ਚੱਲਦਾ ਸੀ। ਫਿਰ ਸੈਣੀ ਮੋਟਰਸ ਵਾਲੇ ਆ ਗਏ। ਉਹ ਤੋਂ ਬਾਅਦ ਜੇ ਆਪਾਂ ਫਿਰ ਦੇਖੀਏ ਤਾਂ ਕਈ ਸਾਰੇ ਫਿਰ ਹੋਰ ਆ ਜਿਹੜਾ ਲੇਟੈਸਟ ਮੁਕੱਦਮਾ ਦਰਜ ਹੋਇਆ ਸੀ
ਉਹ ਹੋਇਆ ਸੀ ਸੋਮਿਆਂ ਤੋਂ ਵੱਧ ਜਾਇਦਾਦ ਦਾ, ਲੇਕਿਨ ਉਹਦੀ ਜੜ ਕੋਈ ਹੋਰ ਸੀ। ਉਹ ਜਿਵੇਂ ਕਹਿੰਦੇ ਹੁੰਦੇ ਵੀ ਵਿਜੀਲੈਂਸ ਵਾਲਿਆਂ ਦੇ ਜਾਂ ਸਰਕਾਰ ਦੇ ਪੈਰ ਥੱਲੇ ਬਟੇਰਾ ਆ ਗਿਆ। ਹਾਂ, ਸਿਮਰਤਦੀਪ ਸਿੰਘ ਨਾਂ ਦਾ ਇੱਕ ਐਕਸੀਅਨ PWD ਦਾ ਸੀ। ਉਹਨੇ ਬਹੁਤ ਲੰਬੇ ਸਮੇਂ ਤੋਂ ਆਪਣੀਆਂ ਬੜੇ ਡਿਟੇਲ ਨਾਲ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਪ੍ਰੋਪਰਟੀ ਵਗੈਰਾ ਦੇ ਕੰਮ ਦੇ ਵਿੱਚ ਪਿਆ ਹੋਇਆ ਸੀ ਜੀ। ਤੇ WWICS ਨਾਂ ਦੀ ਇੱਕ ਕੰਪਨੀ ਹੈ ਜੀ, ਉਹ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੀ ਹੈ ਤੇ ਇਮੀਗ੍ਰੇਸ਼ਨ ਦੇ ਨਾਲ ਉਹ ਰੀਅਲ estate ਦੇ ਵਿੱਚ ਵੀ ਪੈ ਗਈ ਜੀ। ਰੀਅਲ estate ਦੇ ਕੰਮ ਦੇ ਵਿੱਚ ਪੈਣ ਕਰਕੇ ਕੁਰਾਲੀ ਦੇ ਕੋਲੇ ਉਹਨਾਂ ਨੇ 2 ਕਲੋਨੀਆਂ ਕੱਟੀਆਂ ਸੀ ਜੀ। ਉਹਨਾਂ ਕਲੋਨੀਆਂ ਵਾਸਤੇ ਚੇਂਜ ਆਫ ਲੈਂਡ ਯੂਜ਼, CLU, ਨੋ ਆਬਜੈਕਸ਼ਨ ਸਰਟੀਫਿਕੇਟ ਵਗੈਰਾ ਜੋ ਸਾਰਾ ਕੁਝ ਲੈਣਾ ਸੀ। ਇਹ ਕੰਮ ਤੁਹਾਨੂੰ ਪਤਾ ਵੱਡੇ ਕੰਮ ਹੈ ਤੇ ਵੱਡੇ ਕੰਮ ਵੱਡੇ ਬੰਦਿਆਂ ਦੀ ਮਦਦ ਨਾਲ ਹੋ ਨਹੀਂ ਸਕਦੇ ਤੇ ਪੈਸੇ ਤੋਂ ਬਗੈਰ ਹੋ ਨਹੀਂ ਸਕਦੇ। ਪੈਸਿਆਂ ਦਾ ਲੈਣ ਦੇਣ ਹੋਇਆ, ਕੁਝ ਜ਼ਮੀਨਾਂ ਦੀ ਖਰੀਦੋ ਫਰੋਖਤ ਹੋਈ ਤੇ ਉਹ ਪੈਸਿਆਂ ਦੇ ਲੈਣ ਦੇਣ ਤੇ ਜ਼ਮੀਨਾਂ ਦੀ ਖਰੀਦੋ ਫਰੋਖਤ ਦੇ ਵਿੱਚ ਕੁਝ ਆਪਸ ਵਿੱਚ ਝਗੜਾ ਹੋ ਗਿਆ ਸਿਮਰਤਦੀਪ ਦਾ ਤੇ WWICS ਵਾਲਿਆਂ ਦਾ। ਇਹ ਮਾਮਲਾ ਕਿਸੇ ਤਰੀਕੇ ਵਿਜੀਲੈਂਸ ਕੋਲੇ ਪਹੁੰਚ ਗਿਆ ਕਿਉਂਕਿ ਸਿਮਰਤਦੀਪ ਸਿੰਘ ਜੀ ਕਿਸੇ ਜ਼ਮਾਨੇ ਦੇ ਵਿੱਚ ਸੁੱਚਾ ਸਿੰਘ ਲੰਗਾਹ ਦੇ ਨੇੜੇ ਹੁੰਦਾ ਸੀ। ਅਕਾਲੀ ਸਰਕਾਰ ਵੇਲੇ ਜਦੋਂ ਸੁਮੈਤ ਸਿੰਘ ਸੈਣੀ ਬਣ ਗਏ ਡਾਇਰੈਕਟਰ ਵਿਜੀਲੈਂਸ ਬਿਊਰੋ, ਉਹ ਇਹਨਾਂ ਦੇ ਨੇੜੇ ਹੋ ਗਿਆ ਜੀ। ਫਿਰ ਤਾਂ ਹਾਲਾਤ ਇਹ ਬਣ ਗਏ ਸੀਗੇ ਕਿ ਇਹ ਆਪਣੇ ਆਪ ਨੂੰ ਸੁਪਰ ਜਿਹੜਾ ਡਾਇਰੈਕਟਰ ਸਮਝਣ ਲੱਗ ਗਿਆ ਸੀ। ਲੋਕਾਂ ਦੇ ਕੰਮ ਧੰਦੇ ਕਰਾਉਣੇ ਵਗੈਰਾ ਵਗੈਰਾ। ਸਿਕਿਉਰਿਟੀ ਵੀ ਹੁੰਦੀ ਸੀ ਪਰ ਉਹ ਸਿਕਿਉਰਿਟੀ ਨੰਬਰ 1 'ਚ ਨਹੀਂ, ਨੰਬਰ 2 'ਚ ਹੁੰਦੀ ਸੀ ਜੀ। ਸਿਕਿਉਰਿਟੀ ਵਾਲੇ ਲੋਕ ਜਿਹੜੇ ਕਿਤੇ ਹੋਰ ਤਾਇਨਾਤ ਹੁੰਦੇ ਸੀ ਤੇ ਨਾਲ ਇੱਧਰ ਆ ਜਾਂਦੇ ਸੀ। ਇਸ ਕਿਸਮ ਦਾ ਕੰਮ ਚੱਲਦਾ ਸੀ। ਉਹ WWICS ਵਾਲਿਆਂ ਨਾਲ ਜਦੋਂ ਰੌਲਾ ਪਿਆ ਜੀ ਤੇ ਵਿਜੀਲੈਂਸ ਕੋਲੇ ਇੱਕ FIR ਦਰਜ ਹੋ ਗਈ। FIR ਦਰਜ ਨਾਲੇ ਤਾਂ ਉਹਨਾਂ ਦੇ ਨਾਲ ਕੋਈ ਠੱਗੀ ਠੋਰੀ ਹੋਈ ਸੀ ਤੇ ਉਹਨਾਂ ਦੇ ਖਿਲਾਫ ਦਰਜ ਹੋ ਗਈ ਜੀ। ਉਸ FIR ਦੇ ਚੱਲਦਿਆਂ ਫਿਰ ਇਹ ਹੋਇਆ ਕਿ WWICS ਵਾਲਿਆਂ ਨੂੰ ਵੀ ਹੁਣ ਆਪਾਂ ਕਰੀਏ ਕੀ। ਇੱਕ ਅਫਸਰ ਜਿਹੜਾ ਹੈਗਾ ਉਹ ਨੇੜੇ ਸੀ ਸਿਮਰਦੀਪ ਦੇ, ਜ਼ਿਆਦਾ ਗੜਬੜ ਉਹ ਕਰਦਾ ਸੀ। ਉਹ ਤੋਂ ਛੁਟਕਾਰਾ ਹਾਸਲ ਕਰਨ ਵਾਸਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਟਾਈਮ ਲੈ ਲਿਆ ਜੀ ਔਰ ਜਾ ਕੇ ਗੱਲ ਦੱਸੀ। ਕੈਪਟਨ ਅਮਰਿੰਦਰ ਸਿੰਘ ਨੇ ਉਹ ਮਾਮਲਾ ਭੇਜਤਾ ਸੀ ਵਿਜੀਲੈਂਸ ਕਮਿਸ਼ਨ ਕੋਲੇ। ਵਿਜੀਲੈਂਸ ਕਮਿਸ਼ਨ ਸ਼ਾਇਦ ਮੁਕੰਮਲ ਨਾ ਹੋਇਆ ਹੋਵੇ, ਅਧੂਰਾ ਸੀ ਜੀ। ਤੇ ਵਿਜੀਲੈਂਸ ਕਮਿਸ਼ਨ ਦੇ ਚੇਅਰਮੈਨ ਨੇ DGP ਨੂੰ ਕਹਿਤਾ, ਡਾਇਰੈਕਟਰ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਉਹਨੂੰ ਕਹਿਤਾ ਕਿ ਤੁਸੀਂ ਦੇਖੋ। ਤਾਂ ਉਹ ਅਫਸਰ ਨੂੰ ਲਾਂਭੇ ਕਰਕੇ ਤੇ ਫਿਰ ਵਿਜੀਲੈਂਸ ਵਾਲਿਆਂ ਨੇ ਇਹਦੇ ਤੇ ਪੜਤਾਲ ਸ਼ੁਰੂ ਕਰਤੀ ਜੀ। ਉਹ ਜਦੋਂ ਪੜਤਾਲ ਸ਼ੁਰੂ ਕਰਤੀ ਤੇ ਕਾਗਜ਼ ਪੱਤਰ ਫਰੋਲੇ, ਜਿਹੜੇ ਖਾਤੇ ਬਹੀਆਂ ਖਾਤੇ ਫਰੋਲੇ ਤੇ ਬਹੀਆਂ ਖਾਤਿਆਂ ਦੇ ਵਿੱਚੋਂ ਇੱਕ ਗੱਲ ਆ ਗਈ ਜਿਹੜੀ ਕੋਠੀ ਜੀ ਸੈਕਟਰ 20 ਦੇ ਵਿੱਚ ਜਿੱਥੇ ਸੁਮੈਤ ਸਿੰਘ ਸੈਣੀ ਹੋਰੀ ਰਹਿੰਦੇ ਆ, 2 ਕਨਾਲਾਂ 'ਚ ਕੋਠੀ ਹੈ। 1 ਮੰਜ਼ਿਲ ਦੇ ਉੱਤੇ ਉਹ ਰਹਿੰਦੇ ਆ ਤੇ ਉਹ ਕੋਠੀ ਤੱਕ ਗੱਲ ਜਾ ਪਹੁੰਚੀ। ਜਦੋਂ ਕੋਠੀ ਦਾ ਹਿਸਾਬ ਕਿਤਾਬ ਦੇਖਿਆ ਤੇ ਉਹਦੇ 'ਚ ਆ ਗਿਆ ਕਿ ਜੀ ਇਹ ਕੋਠੀ ਤਾਂ 2.5 ਲੱਖ ਰੁਪਈਆ ਕਿਰਾਏ ਤੇ ਲਈ ਹੋਈ ਹੈ ਜੀ। ਉਹ ਕਿਸੇ ਮੁਲਾਜ਼ਮ ਨੇ ਜੋ ਦੇਖਿਆ ਵੀ ਇਹ ਤਾਂ ਕੋਠੀ DGP ਦੀ ਹੈ, ਸਾਬਕਾ DGP ਦੀ, ਉਹਨੇ ਗੱਲ ਕੀਤੀ ਤੇ ਫਿਰ ਉਹ ਕੁਦਰਤੀ ਤੌਰ ਦੇ ਉੱਤੇ ਕਿਉਂਕਿ ਸਰਕਾਰ ਨਾਲ ਬਣਦੀ ਤਾਂ ਹੈ ਨਹੀਂ ਗੀ ਜੀ ਤੇ ਫਿਰ ਉਹਨਾਂ ਨੂੰ ਲੋੜ ਸੀ ਇਸ ਗੱਲ ਦੀ ਤੇ ਗੱਲ ਉਧਰੋਂ ਤੁਰ ਪਈ। ਪਹਿਲਾਂ ਤਾਂ ਆ ਗਿਆ ਕਿ ਉਹਦਾ ਕਿਰਾਇਆ ਦਿਖਾਇਆ 2.5 ਲੱਖ ਰੁਪਈਆ ਤੇ ਫਿਰ ਉਸ ਕੋਠੀ ਦਾ ਸੌਦਾ ਹੋਇਆ ਵੀ ਦਿਖਾਤਾ ਜੀ 6 ਕਰੋੜ ਤੇ 40 ਲੱਖ ਰੁਪਈਏ ਦਾ। 6 ਕਰੋੜ 40 ਲੱਖ ਰੁਪਏ ਦਾ ਜਿਹੜਾ ਲੈਣ ਦੇਣ ਦਿਖਾਇਆ ਉਹ ਇੱਕ ਕਾਗਜ਼ ਦੇ ਉੱਤੇ। ਅੱਛਾ ਜੀ। ਕੋਈ ਇਕਰਾਰਨਾਮਾ ਨਹੀਂ ਹੋਇਆ, ਕੋਈ ਕਿਸੇ ਕਿਸਮ ਦੀ ਰਜਿਸਟਰੀ ਨਹੀਂ ਹੋਈ, ਸਧਾਰਨ ਕਾਗਜ਼ ਦੇ ਉੱਤੇ ਉਹ ਗੱਲ ਲਿਖੀ ਹੈ। ਔਰ ਇਹ ਗੱਲ ਜਿਹੜੀ ਹੈਗੀ ਹੈ CBI ਵਾਲਿਆਂ ਕੋਲੇ, ਵਿਜੀਲੈਂਸ ਵਾਲਿਆਂ ਕੋਲੇ ਪਹੁੰਚ ਗਈ ਜੀ। ਵਿਜੀਲੈਂਸ ਵਾਲਿਆਂ ਨੇ ਫਿਰ ਇੱਕ FIR ਦਰਜ ਕਰ ਲਈ। ਉਹ FIR ਹੈ ਨੰਬਰ 13 ਜੀ। 13 ਨੰਬਰ FIR ਦੇ ਵਿੱਚ ਸੁਮੈਤ ਸਿੰਘ ਸੈਣੀ ਨੂੰ ਡਰ ਸੀ ਕਿ ਮੇਰੀ ਅਰੈਸਟ ਹੋ ਜਾਣੀ ਹੈ। ਉਹਨਾਂ ਨੇ ਐਂਟੀਸਪੇਟਰੀ ਬੇਲ ਲਾਈ, ਸੈਸ਼ਨ ਕੋਰਟ 'ਚ ਰੱਦ ਹੋ ਗਈ, ਹਾਈ ਕੋਰਟ 'ਚ ਲਾਈ ਤੇ ਉਹ ਅਲਾਅ ਹੋ ਗਈ, ਪ੍ਰਵਾਨ ਹੋ ਗਈ, ਐਂਟੀਸਪੇਟਰੀ ਬੇਲ ਹੋ ਗਈ। ਹੁਕਮ ਇਹ ਦਿੱਤਾ ਕਿ ਤੁਸੀਂ ਜਾਓ ਤੇ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ। ਉਧਰੋਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ, ਇਨਵੈਸਟੀਗੇਸ਼ਨ ਦੇ ਦਿਨ ਨੇੜੇ ਆ ਗਏ ਜੀ। ਪਤਾ ਸੀ ਕਿ ਵਿਜੀਲੈਂਸ ਫੜ ਸਕਦੀ ਹੈ। ਸੁਮੈਤ ਸਿੰਘ ਸੈਣੀ ਨੇ ਇੱਕ ਐਪਲੀਕੇਸ਼ਨ ਹੋਰ ਪਾਤੀ। ਅੱਛਾ ਜੀ। ਕਿ ਮੈਨੂੰ ਜਿਹੜਾ ਹੈਗਾ ਕਿਸੇ ਕੇਸ ਦੇ ਵਿੱਚ ਉਲਝਾਇਆ ਜਾ ਸਕਦਾ ਤੇ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਜੀ। ਅਦਾਲਤ ਨੇ ਕਹਿੰਦਾ ਤੁਸੀਂ ਅਦਾਲਤ ਦਾ ਸਮਾਂ ਕਿਉਂ ਖਰਾਬ ਕਰਦੇ ਹੋ, ਜਦੋਂ ਤੁਹਾਨੂੰ ਆਲਰੇਡੀ ਪ੍ਰੋਟੈਕਸ਼ਨ ਮਿਲੀ ਹੋਈ ਹੈ, ਤੁਹਾਨੂੰ ਕਹਿੰਦਾ ਤੁਸੀਂ ਜਾਓ। ਜਦੋਂ ਬਹਿਸ ਚੱਲਦੀ ਸੀ ਇਸ ਮਾਮਲੇ ਦੇ ਉੱਤੇ ਤੇ ਜਿਹੜੀ ਅਸਲ ਕਹਾਣੀ ਹੈ ਬਹੁਤੇ ਲੋਕਾਂ ਨੂੰ ਪਤਾ ਨਹੀਂ ਜੀ। ਅਸਲ ਕਹਾਣੀ ਇੱਥੇ ਆ ਕੇ ਅੜ ਗਈ ਕਿ ਇਹ FIR ਨੰਬਰ 13 ਦਰਜ ਹੋਈ ਸੀ ਵਿਜੀਲੈਂਸ ਦੀ। ਅੱਛਾ। ਜਿਹੜੀ ਪਹਿਲਾਂ WWICS ਵਾਲਿਆਂ ਦੇ ਖਿਲਾਫ ਦਰਜ ਹੋਈ ਸੀ ਉਹ ਹੋਈ ਸੀ 11 ਨੰਬਰ। ਅੱਛਾ ਜੀ। ਉਹ ਗੱਲਾਂ ਬਾਤਾਂ ਚੱਲਦਿਆਂ ਉਹ ਕਹਿੰਦੇ ਜੀ 11 ਨੰਬਰ FIR ਜਿਹੜੀ ਹੈਗੀ ਹੈ ਉਹਦੇ 'ਚ ਗ੍ਰਿਫਤਾਰੀ ਹੋ ਸਕਦੀ ਹੈ। ਜੱਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਪੁੱਛ ਲਿਆ ਵੀ 11 ਨੰਬਰ FIR ਦੇ ਵਿੱਚ ਕੀ ਸੁਮੈਤ ਸਿੰਘ ਸੈਣੀ ਨੂੰ ਤੁਸੀਂ ਨਾਮਜ਼ਦ ਕੀਤਾ ਕਿ ਨਹੀਂ ਕੀਤਾ। ਉਹ ਕਹਿੰਦੇ ਜੀ ਨਹੀਂ ਕੋਈ ਗੱਲ ਹੀ ਨਹੀਂ, ਨਾਮਜ਼ਦ ਵਾਲੀ ਕੋਈ ਗੱਲ ਹੀ ਹੈ ਨਹੀਂ।
ਸੁਮੈਧ ਸੈਣੀ ਹੁਣੀ ਜਦੋਂ ਪਰਸੋਂ ਸ਼ਾਮ ਨੂੰ ਗਏ, ਉਹ ਪਰਸੋਂ ਸ਼ਾਮ ਨੂੰ ਗਏ 8:15 ਵਜੇ ਜੀ। ਇਹ ਬੜੀ ਸ਼ਰਾਰਤ ਜੀ, 7:15 ਵਜੇ ਕਹਿੰਦੇ, 7:15 8:15 ਦੇ ਕਰੀਬ ਗਏ। ਜਾ ਕੇ ਲਾਨ ਦੇ ਵਿੱਚ ਉਹਨਾਂ ਨੇ ਆਪਣੀ ਗੱਡੀ ਖੜੀ ਕਰਤੀ ਵਿਜੀਲੈਂਸ ਭਵਨ ਦੇ ਵਿੱਚ ਜੀ, ਔਰ ਕਹਿਤਾ ਵੀ ਭਾਈ ਦੱਸ ਦਿਓ ਮੈਂ ਆ ਗਿਆ। ਆਮ ਤੌਰ 'ਤੇ 5 ਵਜੇ ਤੱਕ ਜਿਹੜੇ ਅਫਸਰ ਸਾਰੇ ਘਰਾਂ ਨੂੰ ਚਲੇ ਜਾਂਦੇ, ਉਹ ਜਾਣਦੇ ਸੀ ਕਿਉਂਕਿ ਡਾਇਰੈਕਟਰ ਵਿਜੀਲੈਂਸ ਬਿਊਰੋ ਰਹੇ। ਵੈਸੇ ਤਾਂ ਪੁਲਿਸ ਜਿਹੜੀ ਹੈ 24 ਘੰਟੇ ਰਹਿੰਦੀ ਹੈ, ਲੇਕਿਨ ਵਿਜੀਲੈਂਸ ਵਾਲੇ ਦਾ ਟਾਈਮ ਜਿਹੜਾ ਹੈਗਾ ਉਹ ਸਰਕਾਰੀ ਟਾਈਮ ਮੁਤਾਬਕ ਹੈ ਜੀ, ਕਿ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ। ਪਰ ਫਿਰ ਵੀ ਕੁਛ ਉੱਥੇ ਅਫਸਰ ਸੀ, ਉਹ ਕਹਿੰਦੇ ਜੀ ਤੁਹਾਨੂੰ ਸਵਾਲ ਪੁੱਛਣੇ, ਅੰਦਰ ਆ ਜਾਓ। ਕਹਿੰਦਾ ਇੱਥੇ ਪੁੱਛੋ। ਸੁਮੈਧ ਸਿੰਘ ਸੈਣੀ ਕਹਿੰਦਾ ਬਾਹਰ। ਕਹਿੰਦੇ ਜੀ ਨਹੀਂ ਅੰਦਰ, ਉਹ ਖਤਰਾ ਸੀ। ਉਹ ਕਹਿੰਦੇ ਜੀ TV ਆ ਕੈਮਰੇ ਕੂਮਰੇ ਲੱਗੇ ਵੀ, ਇਹ ਗੱਲ ਬਣਨੀ ਨਹੀਂ, ਅੰਦਰ ਆ ਜਾਓ ਤੁਸੀਂ। ਉਹ ਜਦੋਂ ਅੰਦਰ ਆਉਣ ਦੇ ਉੱਤੇ ਮਤਲਬ ਹਿਚਕਚਾਹਟ ਕੀਤੀ ਤੇ ਫਿਰ ਥੋੜਾ ਜਿਹਾ ਤੂਕੜੀਸ ਵੀ ਹੋਈ। ਉਹ ਅੰਦਰ ਲੈ ਗਏ। ਅੰਦਰ ਲਿਜਾ ਕੇ ਉੱਥੇ ਲੰਬੀ ਪੁੱਛਗਿੱਛ ਕੀਤੀ। ਲੰਬੀ ਪੁੱਛਗਿੱਛ ਤੋਂ ਬਾਅਦ ਉਹ ਕਹਿੰਦੇ ਜੀ ਤੁਹਾਡੀ ਗ੍ਰਿਫਤਾਰੀ ਹੈ ਜਿਹੜੀ ਉਹ ਪੈ ਚੁੱਕੀ। ਗ੍ਰਿਫਤਾਰੀ ਪੈ ਚੁੱਕੀ ਹੈ। ਵਕੀਲ ਉਹਨਾਂ ਦੇ ਨਾਲ ਸੀ। ਕੱਲ ਸਵੇਰੇ ਹੀ ਵਕੀਲਾਂ ਨੇ ਆ ਕੇ ਜਿਹੜੀ ਹੈਗੀ 2 ਪਟੀਸ਼ਨਾਂ ਪਈਆਂ ਜੀ। ਇੱਕ ਪਟੀਸ਼ਨ ਤਾਂ ਇਹ ਪਈ ਕਿ ਜੀ ਇਹਨਾਂ ਨੂੰ ਐਂਟੀਸਪੇਟਰੀ ਬੇਲ ਮਿਲਣ ਦੇ ਬਾਵਜੂਦ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਇੱਥੇ ਮੈਂ ਵੀ ਦੱਸ ਦਵਾਂ ਕਿ ਅਸਲ ਦੇ ਵਿੱਚ ਇਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਮਿਲੀ ਹੈ 2018 'ਚ ਮਿਲੀ ਹੈ। ਅੱਛਾ ਜੀ। 2018 'ਚ ਵੀ ਇੱਕ ਪਟੀਸ਼ਨ ਪਾਈ ਸੀ। ਉਹਦੇ ਉੱਤੇ ਇਹ ਹੁਕਮ ਕਰਤਾ ਸੀ ਮਾਨਯੋਗ ਹਾਈ ਕੋਰਟ ਨੇ ਕਿ ਇੱਕ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਹੁਕਮ ਜੀ ਕਿ ਇੱਕ ਕੇਸ ਨੂੰ ਛੱਡ ਕੇ, ਬਲਵੰਤ ਸਿੰਘ ਮੁਲਤਾਨੀ ਵਾਲੇ ਕੇਸ ਨੂੰ ਛੱਡ ਕੇ ਬਾਕੀ ਜਿੰਨੇ ਵੀ ਕੇਸ ਹੈ ਜੀ, ਜਿਹੜੀ ਉਹਨਾਂ ਦੀ ਸਰਵਿਸ ਦੀ ਜਿਹੜੀ ਟਨਿਓਰ ਹੈ, ਇਹਦੇ ਦੌਰਾਨ ਜੇ ਕੋਈ ਕੇਸ ਦਰਜ ਹੁੰਦਾ ਉਹਨਾਂ ਦੇ ਉਹ ਸਪੀਡ ਦੇ ਦੌਰਾਨ ਸਰਵਿਸ ਵਾਲੇ 'ਚ, ਤਾਂ ਉਹਨਾਂ ਨੂੰ 7 ਦਿਨਾਂ ਦਾ ਨੋਟਿਸ ਦੇਣਾ ਪਊਗਾ ਕਿ ਤੁਹਾਨੂੰ ਅਸੀਂ ਗ੍ਰਿਫਤਾਰ ਕਰਾਂਗੇ। 7 ਦਿਨਾਂ ਦਾ ਨੋਟਿਸ ਜ਼ਰੂਰੀ ਹੈ। ਔਰ ਉਹ 7 ਦਿਨਾਂ ਦਾ ਨੋਟਿਸ ਨਹੀਂ ਸੀ, ਇਹਦੇ 'ਚ ਵੀ ਨਹੀਂ ਹੋਇਆ ਸੀ। ਇੱਕ ਤਾਂ ਉਹ ਪਤਾ ਕਿ ਜੀ ਵਕੀਲਾਂ ਨੂੰ ਪਤਾ ਸੀ ਇਸ ਗੱਲ ਦਾ ਕਿ 7 ਦਿਨਾਂ ਦਾ ਨੋਟਿਸ ਨਹੀਂ ਦਿੱਤਾ ਜੀ ਇਹਨਾਂ ਦੀ, ਇਹ ਗੈਰ ਕਾਨੂੰਨੀ ਹੈ ਜੀ। ਦੂਸਰੀ ਜਿਹੜੀ ਸੀਗੀ ਪਟੀਸ਼ਨ ਉਹ ਉਹਨਾਂ ਦੀ ਵਾਈਫ ਨੇ ਪਾਈ, ਸੁਮੈਧ ਸਿੰਘ ਸੈਣੀ ਨੇ। ਉਹਨੇ ਹੈਵੀਅਸ ਕਾਰਪਸ ਪਟੀਸ਼ਨ ਪਾਤੀ ਕਿ ਜਿਹੜੇ ਬੰਦੀ ਪ੍ਰਤੱਖੀ ਕਰਨ ਵਾਲੀ ਹੈ ਜੀ, ਇਹ ਬੰਦੇ ਨੂੰ ਤਾਂ ਨਜਾਇਜ਼ ਤੋਂ ਗ੍ਰਿਫਤਾਰ ਕਰ ਲਿਆ, ਇਹਦੇ ਖਿਲਾਫ ਕੋਈ ਗੱਲ ਬਣਦੀ ਨਹੀਂ। ਤੇ ਇਹ ਜਿਹੜੀਆਂ ਦੋਨੇ ਪਟੀਸ਼ਨਾਂ ਸੀ ਇਹ ਅਲੱਗ-ਅਲੱਗ ਜੱਜ ਸਾਹਿਬਾਨ ਦੇ ਚਲੀਆਂ ਗਈਆਂ। ਪਹਿਲੀ ਜਿਹੜੀ ਜਸਟਿਸ ਤਿਆਗੀ ਦੇ ਗਈ ਜੀ, ਜਸਟਿਸ ਤਿਆਗੀ ਨੇ ਪਹਿਲਾਂ ਬਿਫੋਰ ਨੂਨ ਅਦਾਲਤ ਲਾਈ। ਉੱਥੇ ਉਹਨੇ ਕਿਹਾ ਦਿਖਾਓ ਜੀ ਕੀ ਹੈ ਤੁਹਾਡੇ ਕੋਲੇ, ਤੇ ਉਹਨਾਂ ਨੇ ਕਿਹਾ ਜੀ ਆਹ ਕੁਛ ਹੈ। ਪੰਜਾਬ ਸਰਕਾਰ ਨੂੰ ਕਿਹਾ ਤੁਸੀਂ, ਉਹ ਕਹਿੰਦੇ ਜੀ ਅਸੀਂ ਟਾਈਮ ਦੇ ਦਿਓ, ਰਿਕਾਰਡ ਪੇਸ਼ ਕਰ ਦਾਂਗੇ। ਉਹ ਕਹਿੰਦੇ ਨਹੀਂ ਅੱਜ ਹੀ ਜੀ ਦੁਪਹਿਰ 3 ਵਜੇ ਤੁਸੀਂ ਆਪਣਾ ਰਿਕਾਰਡ ਜਿਹੜਾ ਬਾਅਦ ਦੁਪਹਿਰ 3 ਵਜੇ ਰਿਕਾਰਡ ਲੈ ਕੇ ਆਓ। ਪੰਜਾਬ ਸਰਕਾਰ ਨੇ ਆਪਣਾ ਰਿਕਾਰਡ ਪੇਸ਼ ਕਰਤਾ। ਰਿਕਾਰਡ ਪੇਸ਼ ਕਰਕੇ ਜਦੋਂ ਰਿਕਾਰਡ ਦੇਖਿਆ, ਉਹ ਕਹਿੰਦੇ ਜੀ ਕਿੰਨੇ ਵਜੇ ਗ੍ਰਿਫਤਾਰੀ ਹੁੰਦੀ ਹੈ ਜੀ? ਗ੍ਰਿਫਤਾਰੀ ਕਾਹਦੇ 'ਚ ਹੁੰਦੀ ਹੈ? FIR 'ਚ ਤਾਂ ਨਾ ਹੀ ਹੈ ਨਹੀਂ। ਕਹਿੰਦੇ ਜੀ FIR 'ਚ ਨਾ ਹੈ ਨਹੀਂ 11 ਨੰਬਰ 'ਚ, ਲੇਕਿਨ ਨਾਮਜ਼ਦ ਕਰ ਦਿੱਤਾ। ਕਹਿੰਦੇ ਡੇਟ ਕਿਹੜੀ ਹੈ? ਦੇਖੋ ਨਾਮਜ਼ਦ ਕੀਤਾ। ਅੱਛਾ ਜੀ। ਤਾਂ ਡੇਟ ਜਿਹੜੀ ਹੈਗੀ ਹੈ ਪੁਰਾਣੀ ਡੇਟ 'ਚ ਕਰਤਾ। ਅੱਛਾ ਜੀ। ਉਹ ਜਿਹੜੀ ਹੈਗੀ ਹੈ ਜਿਹੜੀ 18 ਤਾਰੀਖ ਦੀ ਐਪਲੀਕੇਸ਼ਨ ਲੱਗੀ ਸੀ ਉਹ ਤੋਂ ਪਹਿਲਾਂ 'ਚ ਕਰਤਾ। ਅੱਛਾ ਜੀ। ਸ਼ਾਇਦ ਉਹ ਕੀਤਾ ਹੈਗਾ 2 ਅਗਸਤ ਨੂੰ। ਇਹ ਇੱਥੇ ਆ ਕੇ ਕੁੰਡੀ ਅੜ ਗਈ। ਅੱਛਾ। ਇਹ ਪਹਿਲੀ ਜਿਹੜੀ ਹੈਗੀ ਸੁਣਵਾਈ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਬੰਦਾ ਕਿਸੇ ਕੇਸ ਦੇ ਵਿੱਚ ਹੈ ਹੀ ਨਹੀਂ। ਹੁਣ ਤੁਸੀਂ ਇਹਨੂੰ ਮਤਲਬ ਨਾਮਜ਼ਦ ਕਰਦਾ, ਇਹਦਾ ਮਤਲਬ ਹੈ ਕਿ ਇੱਥੇ ਗੜਬੜ ਹੈ ਜੀ, ਕਿ ਤੁਸੀਂ ਬਾਅਦ ਦੇ ਵਿੱਚ ਪਹਿਲਾਂ ਗ੍ਰਿਫਤਾਰ ਕੀਤਾ ਤੇ ਫਿਰ ਨਾਮਜ਼ਦ ਕੀਤਾ। ਇਹਦੇ ਤੇ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਹੈਗੀ ਹੈ ਗ੍ਰਿਫਤਾਰੀ ਇਹ ਗੈਰ ਕਾਨੂੰਨੀ ਹੈ ਜੀ, ਔਰ ਕਾਫੀ ਝਾੜ-ਝੰਬ ਵੀ ਕੀਤੀ। ਫਿਰ ਇਹ ਗੱਲ ਕਹੀ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਇੱਕ ਜਿਹੜਾ ਬਰੀਫ ਆਰਡਰ ਆਵੇ ਜਾਂ ਡਿਟੇਲ ਆਰਡਰ ਆਵੇ? ਵਿਜੀਲੈਂਸ ਬਿਊਰੋ ਜਾਂ ਪੰਜਾਬ ਸਰਕਾਰ ਦੇ ਵਕੀਲ ਕਹਿੰਦੇ ਜੀ ਜੋ ਮਰਜ਼ੀ ਕਰ ਲਓ, ਜਿਹੜਾ ਮਰਜ਼ੀ ਦੇ ਦਿਓ। ਕਹਿੰਦੇ ਪਰ ਡਿਟੇਲਡ ਆਉਂਦਾ ਹੈ। ਔਰ ਅਰਨਬ ਗੋਸਵਾਮੀ ਦੀ ਜਿਹੜੀ ਹੈਗੀ ਹੈ ਗ੍ਰਿਫਤਾਰੀ ਵਾਲਾ ਵੀ ਉੱਥੇ ਹਵਾਲਾ ਦਿੱਤਾ ਗਿਆ। ਜੱਜਮੈਂਟ ਦੇ ਵਿੱਚ ਜਿਹੜੀ ਹੈਗੀ ਜਿਹੜੀ ਇਹਦੇ 'ਚ ਉਹਨਾਂ ਦੀ ਜਿਹੜੀ ਗੈਰ ਕਾਨੂੰਨੀ ਠਹਿਰਾਇਆ ਉਹਨਾਂ ਦੀ ਗ੍ਰਿਫਤਾਰੀ ਨੂੰ, ਜੱਜਮੈਂਟ ਦੇ ਵਿੱਚ ਵੀ ਅਰਨਬ ਗੋਸਵਾਮੀ ਤੇ ਕਈ ਸਾਰੀਆਂ ਜਿਹੜੀਆਂ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਜਿਹੜੀਆਂ ਉਹ ਕੋਟ ਕੀਤੀਆਂ ਵੀ ਜੀ। ਉਹ ਕੋਟ ਕਰਨ ਤੋਂ ਬਾਅਦ ਉਹ ਕਹਿੰਦੇ ਜੀ ਆ ਲਓ ਤੇ ਇਹਨਾਂ ਨੂੰ ਤੁਸੀਂ ਛੱਡੋ। ਫਿਰ ਇਹੀ ਕਾਰਨ ਹੈ ਕਿ ਰਾਤ ਕਿਤੇ 11 ਸਵਾ 11 ਵਜੇ ਜਿਹੜਾ ਡਿਟੇਲ ਆਰਡਰ ਅਪਲੋਡ ਹੋਇਆ ਵੈਬਸਾਈਟ 'ਤੇ, ਉਹ ਫਿਰ ਮੋਹਾਲੀ ਕੋਰਟ ਨੂੰ ਪਹਿਲਾਂ ਹੀ ਦਿਨੇ ਜਦੋਂ ਪਤਾ ਲੱਗ ਗਿਆ ਸੀ ਕਿ ਰਿਮਾਂਡ ਮੰਗਣ ਵਾਸਤੇ 12 ਸਾਢੇ 12 ਵਜੇ ਪੁਲਿਸ ਸੁਮੈਧ ਸਿੰਘ ਸੈਣੀ ਨੂੰ ਲੈ ਕੇ ਮੋਹਾਲੀ ਕੋਰਟ ਚਲੀ ਗਈ ਹੈ। ਤਾਂ ਮੋਹਾਲੀ ਕੋਰਟ ਨੂੰ ਹੁਕਮ ਪਹਿਲਾਂ ਹੀ ਦਿੱਤਾ ਸੀ ਕਿ ਤੁਸੀਂ ਰਿਮਾਂਡ ਨਹੀਂ ਦੇਣਾ। ਆਰਡਰ ਉਡੀਕੋ। ਪੱਤਰਕਾਰਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਜੇ ਇਹ ਹੁਕਮ ਹੋ ਗਿਆ ਇਹਦਾ ਮਤਲਬ ਮਾਮਲਾ ਸਟੇ ਹੋਊਗਾ ਜਾਂ ਕਿਸੇ ਕਿਸਮ ਦੀ ਰਿਲੀਫ ਮਿਲੂਗੀ। ਰਾਤ ਨੂੰ ਫਿਰ ਜਦੋਂ ਉਹ ਆਈ ਵੈਬਸਾਈਟ ਦੇ ਉੱਤੇ ਲੋਡ ਹੋਈ ਜੱਜਮੈਂਟ, ਫਿਰ ਉਹ ਜੱਜਮੈਂਟ ਨੂੰ ਜੱਜ ਸਾਹਿਬ ਨੇ ਪੜ੍ਹਿਆ। ਪੜ੍ਹਨ ਤੋਂ ਬਾਅਦ ਫਿਰ ਰਾਤ 2 ਵਜੇ ਉਹਨਾਂ ਦੀ ਰਿਹਾਈ ਹੁੰਦੀ ਹੈ। ਵਿਲੱਖਣ ਗੱਲ ਇਹਦੇ ਵਿੱਚ ਇਹ ਹੈ, ਵੇਖਣ ਵਾਲੀ ਗੱਲ, ਕਿ ਕਈ ਵਾਰੀ ਜਦੋਂ ਆਪਾਂ ਸਰਵਿਸ ਦੇ ਵਿੱਚ ਹੁੰਦੇ ਹਾਂ ਨਾ ਆਪਾਂ ਭੁੱਲ ਜਾਂਦੇ। ਬਿਲਕੁਲ, ਮੈਂ ਉਹੀ ਗੱਲ ਕਰਨ ਲੱਗਾ ਸੀ, ਮਾੜੇ ਵੀ ਆਉਂਦੇ। ਇਹ ਤੁਸੀਂ ਦੇਖੋ ਬੜੇ ਤਰੀਕੇ ਦੇ ਨਾਲ ਸੁਮੈਧ ਸਿੰਘ ਸੈਣੀ ਦੇ ਨਾਲ 2 ਘਟਨਾਵਾਂ ਵਾਪਰੀਆਂ। ਇੱਕ ਘਟਨਾ ਤਾਂ ਇਹ ਵਾਪਰੀ ਕਿ ਜਦੋਂ ਉਹਨਾਂ ਨੂੰ ਹਵਾਲਾਤ 'ਚ ਬਾੜਿਆ ਜੀ ਕਿ ਤੁਸੀਂ ਹਵਾਲਾਤ 'ਚ ਆਓ, ਅੱਜ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਵੀ ਹੈ
ਪਹਿਲਾਂ ਉਹਨਾਂ ਦੇ ਆਪਣੀ ਜਿਹੜੀ ਪੈਂਟ ਕਮੀਜ਼ ਪਾਈ ਸੀ, ਫਿਰ ਉਹਨੇ ਕਿਹਾ ਤੁਸੀਂ ਆਪਣੇ ਕੱਪੜੇ ਮੰਗਵਾ ਲਓ। ਕੱਪੜੇ ਮੰਗਵਾ ਲਏ, ਚਿੱਟਾ ਕੁੜਤਾ ਪਜਾਮਾ ਮੰਗਵਾ ਲਿਆ, ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ। ਚਿੱਟਾ ਕੁੜਤਾ ਪਜਾਮਾ ਜਾ ਕੇ ਜਦੋਂ ਹਵਾਲਾਤ ਜਾਣ ਲੱਗੇ, ਭੇਜਣ ਲੱਗੇ, ਉਸ ਵੇਲੇ ਹਵਾਲਾਤ ਦੀ ਨਿਗਰਾਨੀ ਤੇ ਬੰਦਾ ਪਤਾ ਕੌਣ ਲਾਇਆ ਸੀ? ਜਦੋਂ ਜਲੀਲ ਕਰਦੇ ਆ ਬੰਦਿਆਂ ਨੂੰ, ਮਹਿਕਮਾ ਕਿਵੇਂ ਕਰਦਾ ਤੇ ਆਪਾਂ ਭੁੱਲ ਜਾਂਦੇ ਹਾਂ ਕਿ ਦਿਨ ਕਦੇ ਆਪ ਤੇ ਵੀ ਆਉਣੇ। ਹਾਂ, ਉਹ ਬੰਦਾ ਸੀ ਕਹਿੰਦੇ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਸੁਮੇਧ ਸਿੰਘ ਸੈਣੀ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੁੰਦਾ ਸੀ, ਉਹਨਾਂ ਨੂੰ ਪਾਣੀ ਪਿਆਉਂਦਾ ਹੁੰਦਾ ਸੀ। ਅੱਛਾ ਜੀ। ਜਿਹੜਾ ਉਹਨਾਂ ਦਾ ਅਰਜ਼ਲੀ ਹੁੰਦਾ ਸੀ, ਅਰਜ਼ਲੀ ਸ਼ਾਇਦ ਸਿਪਾਹੀ ਬਣ ਗਿਆ, ਉਹਨੂੰ ਲਾਤਾ ਵੀ ਤੁਸੀਂ ਤੇਰੀ ਨਿਗਰਾਨੀ ਹੈ। ਉਹਨੇ ਕਿਹਾ ਚਲੋ ਸਰ ਅੰਦਰ ਜਾਣਾ ਹੀ ਸੀ, ਪਤਾ DGP ਰਿਹਾ ਸੀ। ਅੰਦਰ ਜਾਣ ਲੱਗੇ, ਕਹਿੰਦੇ ਸਰ ਜੋ ਸਮਾਨ ਹੈ ਉਹ ਕੱਢ ਦਿਓ, ਤਲਾਸ਼ੀ ਦੇ ਦਿਓ। ਉਹਨਾਂ ਸਮਾਨ ਕੱਢਤਾ ਹਾਲ ਹੈ। ਕਹਿੰਦੇ ਸਿਗਰਟਾਂ ਦੀ ਡੱਬੀ ਰਹਿ ਗਈ ਇੱਕ। ਕਹਿੰਦੇ ਸਰ ਆ ਵੀ ਕੱਢ ਦਿਓ, ਇਹ ਨਹੀਂ ਜਾ ਸਕਦੇ। ਕਹਿੰਦੇ ਯਾਰ ਇਹ ਤਾਂ ਰਹਿਣ ਦਿਓ। ਕਹਿੰਦੇ ਨਹੀਂ ਸਰ ਇਹ ਹਵਾਲਾਤ ਹੈ, ਉਹ ਵੀ ਕਢਵਾ ਲਈ। ਔਰ ਕਢਵਾਉਣ ਤੋਂ ਬਾਅਦ ਅਗਲੀ ਗੱਲ ਕਿ ਜਦੋਂ ਬੈਠੇ ਹੈ ਸੁਮੇਧ ਸਿੰਘ ਸੈਣੀ, ਉਸ ਵੇਲੇ ਫਿਰ ਤਸਵੀਰਾਂ ਖਿੱਚੀਆਂ ਗਈਆਂ। ਅੱਛਾ ਜੀ। ਤਸਵੀਰਾਂ ਖਿੱਚੀਆਂ ਗਈਆਂ। ਫਿਰ ਸੁਮੇਧ ਸਿੰਘ ਸੈਣੀ ਕਹਿੰਦੇ ਵੀ ਹਾਂ ਮੈਨੂੰ ਪਤਾ ਹੈ ਤੁਸੀਂ ਜਿਹੜੇ ਤਸਵੀਰਾਂ ਖਿੱਚਦੇ ਹੋ, ਤੁਸੀਂ ਆਪਣੇ ਆਕਿਆਂ ਨੂੰ ਕਿਸੇ ਹੋਰ ਨੂੰ ਖੁਸ਼ ਕਰਨ ਵਾਸਤੇ ਖਿੱਚਦੇ ਹੋ। ਇਹ ਭੁੱਲ ਗਏ ਜਦੋਂ ਇੱਕ ਇਹਦਾ ਸਾਬਕਾ ਸੀ, ਇੱਕ DGP ਨੂੰ ਕਿਵੇਂ ਧੂ ਕੇ ਲਿਆਏ ਸੀਗੇ ਇਹੀ ਸੈਣੀ ਸਾਹਿਬ। ਸੈਣੀ ਸਾਹਿਬ ਦੀ ਟੀਮ ਧੂ ਕੇ ਲਈ ਸੀ। ਗੱਲ ਤਾਂ ਇੱਕੋ ਹੀ ਹੈ, ਨੰਬਰਦਾਰੀ ਹੈ। ਨੰਬਰ ਤਾਂ ਮੁਖੀ ਹੈ ਨਾ। ਹੁਣ ਜੇ ਆਪਾਂ ਕਹਿ ਦਈਏ ਸੁਮੇਧ ਸਿੰਘ ਸੈਣੀ ਨੂੰ BK ਉੱਪਲ ਨੇ ਤਾਂ ਗ੍ਰਿਫਤਾਰ ਨਹੀਂ ਕੀਤਾ, ਗ੍ਰਿਫਤਾਰ ਤਾਂ ਕਿਸੇ SP ਨੇ ਕੀਤਾ ਹੋਊਗਾ। ਇੱਥੇ ਵੀ ਇਹੀ ਗੱਲ ਹੋਈ ਸੀ। ਜਿਹੜੇ ਜੇ ਆਪਾਂ ਦੇਖੀਏ ਉਹਨਾਂ ਨੂੰ SS ਵਿਰਕ ਪੰਜਾਬ ਪੁਲਿਸ ਦੇ DGP ਰਹੇ ਹੈ। ਪਹਿਲਾਂ ਉਹ DGP ਇੰਟੈਲੀਜੈਂਸ ਹੁੰਦੇ ਸੀ। ਉਹਨਾਂ ਦੀ ਬੜੀ ਨੇੜਤਾ ਰਹੀ ਹੈ ਦੋਨਾਂ ਇਹਨਾਂ ਦੀ, ਸੁਮੇਧ ਸਿੰਘ ਸੈਣੀ ਤੇ ਵਿਰਕ ਸਾਹਿਬ ਦੀ ਬਹੁਤ ਨੇੜਤਾ ਰਹੀ ਹੈ, ਪੂਰੀ ਸਿਰੇ ਦੀ ਦੋਸਤੀ ਰਹੀ ਹੈ। ਲੇਕਿਨ ਇੱਕ ਸਟੇਜ ਆ ਗਈ ਸੀ, ਕਈ ਦਾਨੇ ਵਾਲੀਆ ਸਭ ਆ ਜਾਂਦੇ ਕਿ ਸੁਮੇਧ ਸਿੰਘ ਸੈਣੀ ਨੇ ਇਹ ਨਹੀਂ ਆਪਾਂ ਕਹਿੰਦੇ ਸਾਰੇ ਮਾੜੇ ਕੰਮ ਕੀਤੇ, ਕੁਛ ਚੰਗੇ ਕੰਮ ਵੀ ਕੀਤੇ ਜੀ। ਇੱਕ ਰਵੀ ਸਿੱਧੂ ਵਾਲਾ ਸਕੈਂਡਲ ਹੋਇਆ ਸੀ, ਜਿਹੜਾ ਪੈਸੇ ਬਦਲੇ ਨੌਕਰੀਆਂ ਦੇਣ ਵਾਲੀ ਗੱਲ ਸੀ, PCS ਅਫਸਰ ਦੇ ਨਾਲ। ਜੀ ਉਹ ਆਪਰੇਸ਼ਨ ਜਿਹੜਾ ਹੋਇਆ ਸੀ, ਉਹ ਕਹਿੰਦੇ ਤਾਂ ਭਾਵੇਂ ਵਿਜੀਲੈਂਸ ਨੇ ਕੀਤਾ, ਲੇਕਿਨ ਉਹ ਵਿਜੀਲੈਂਸ ਦਾ ਨਹੀਂ ਸੀ, ਉਹ ਆਪਰੇਸ਼ਨ ਇੰਟੈਲੀਜੈਂਸ ਦਾ ਸੀ। ਔਰ ਉਦੋਂ ਸੁਮੇਧ ਸਿੰਘ ਸੈਣੀ IG ਇੰਟੈਲੀਜੈਂਸ ਹੁੰਦੇ ਸੀ। ਅੱਛਾ। ਇਹਨਾਂ ਨੇ ਇੰਟੈਲੀਜੈਂਸ ਹੁੰਦੇ ਬਹੁਤ ਵੱਡਾ ਸਕੈਂਡਲ ਸੀ ਉਹ ਬੰਦਾ, ਉਹ ਸਕੈਂਡਲ ਫੜਿਆ ਗਿਆ ਸੀ। ਉਦੋਂ ਲੱਗਦਾ ਇਹ ਸੀ ਕਿ ਇੰਟੈਲੀਜੈਂਸ ਚੋਂ ਕੱਢ ਕੇ ਕਿਸੇ ਚੰਗੇ ਥਾਂ ਤੇ ਲਾਉਣਗੇ, ਲੇਕਿਨ ਸਰਕਾਰ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਸ਼ਾਇਦ ਕੋਈ ਐਸੀ ਬੇਸੀ ਗੱਲ ਹੋ ਗਈ, ਉਹਨਾਂ ਨੂੰ ਨਹੀਂ ਲਾਇਆ। ਇੱਕ ਸਟੇਜ ਇਹ ਆ ਗਈ ਸੀ ਕਿ ਦੋਨਾਂ ਨੂੰ ਬਦਲਤਾ ਸੀ। AP ਭਟਨਾਗਰ ADGP ਹੁੰਦੇ ਸੀ ਇੰਟੈਲੀਜੈਂਸ ਦੇ, ਇਹ IG ਹੁੰਦੇ ਸੀ, ਔਰ ਦੋਨਾਂ ਨੂੰ ਬਦਲਤਾ ਸੀ। ਉਸ ਤੋਂ ਬਾਅਦ ਇਹ ਖੂੰਜੇ ਲੱਗ ਗਏ ਸੀ। ਫਿਰ ਇੱਕ ਸਟੇਜ ਉਹ ਆਈ ਜਦੋਂ ਮਿਸਟਰ ਬਿਰਕ ਪੰਜਾਬ ਦੇ DGP ਲਾ ਗਏ। ਮਿਸਟਰ ਬਿਰਕ ਹੋਰੀ ਪੰਜਾਬ ਦੇ DGP ਲੱਗੇ, ਲੇਕਿਨ ਇੰਟੈਲੀਜੈਂਸ ਦਾ ਤਜਰਬਾ ਉਹਨਾਂ ਦਾ ਬਹੁਤ ਸੀ। ਉਹ ਕਿਉਂਕਿ ਅੱਜ ਦੇ ਜ਼ਮਾਨੇ ਦੀ ਜਿਹੜੀ ਇੰਟੈਲੀਜੈਂਸ ਹੈ, ਇੰਟੈਲੀਜੈਂਸ ਉਹ ਨਹੀਂ ਜਿਹੜੀ ਅਪਰਾਧੀਆਂ ਨੂੰ ਡੀਲ ਕਰਦੀ, ਇਹ ਇੰਟੈਲੀਜੈਂਸ ਪੋਲੀਟੀਕਲ ਕੰਮ ਵੀ ਕਰਦੀ ਹੈ ਜੀ। ਇੰਟੈਲੀਜੈਂਸ ਦਾ ਜਿਹੜਾ ਮੁਖੀ ਹੁੰਦਾ ਉਹ ਬਹੁਤ ਵੱਡੀ ਪੋਜੀਸ਼ਨ ਤੇ ਹੁੰਦਾ। ਉਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਘਟਨਾਕ੍ਰਮ ਵਾਪਰਨਾ, ਸ਼ਾਮ ਨੂੰ ਵੀ ਬਰੀਫ ਕਰਨਾ, CM ਸਵੇਰੇ ਵੀ ਕਰਨਾ। ਬਿਰਕ ਸਾਹਿਬ ਬਾਰੇ ਇਹ ਕਹਿੰਦੇ ਕਿ ਬਿਰਕ ਸਾਹਿਬ ਜਿਹੜੇ ਹੈਗੇ ਪੁਲਿਸ ਦਾ ਕੰਮ ਤਾਂ ਸੀ, ਨਾਲ ਦੀ ਨਾਲ ਉਹ ਪੋਲੀਟੀਕਲ ਕੰਮ ਵੀ ਕਰਦੇ ਸੀ। ਅੱਛਾ ਜੀ। ਉਹ ਅਮਰਿੰਦਰ ਸਿੰਘ ਹੋਰਾਂ ਨੂੰ ਉਸ ਵੇਲੇ ਦੀ ਰਾਜਨੀਤੀ ਦੇ ਨਾਲ ਜੁੜੀਆਂ ਸਾਰੀਆਂ ਗੱਲਾਂ ਦੱਸਦੇ ਸੀ। ਉਹ ਇਹ ਵੀ ਦੱਸਦੇ ਸੀ ਕਿ ਅਗਲੀ ਚੋਣ ਜੇ ਤੁਸੀਂ ਜਿੱਤਣੀ ਹੈ ਤਾਂ ਤੁਹਾਡੇ ਕੈਂਡੀਡੇਟ ਕੌਣ ਹੋਣ ਜੀ। ਪਰਚੀਆਂ ਦੀ ਗੱਲ ਵੀ ਚੱਲਦੀ ਸੀ। ਫਿਰ ਇੱਕ ਜਿਹੜੀ ਵੱਡੀ ਗੱਲ ਸੀ ਕਿ ਉਸ ਟਾਈਮ ਦੇ ਵਿੱਚ ਇਹ ਸੀ ਕਿ 2 ਕਰੋੜ ਰੁਪਏ ਦੀ ਮਸ਼ੀਨ ਖਰੀਦੀ ਗਈ ਸੀ। ਅੱਛਾ ਜੀ। ਔਰ ਉਹ ਮਸ਼ੀਨ ਟੈਲੀਫੋਨ ਟੇਪ ਕਰਦੀ ਹੁੰਦੀ ਸੀ। ਇਹ ਵੀ ਕਹਿੰਦੇ ਬੜਾ ਤੁਸੀਂ ਗੱਲ ਕੀ ਨਾ ਢਿੱਲੋਂ ਸਾਹਿਬ ਆ ਕਹਿੰਦੇ ਪੈਗਾਸਸ ਮਾਮਲਾ ਤਾਂ ਕਹਿੰਦੇ ਬੜਾ ਛੋਟਾ ਉਸ ਸੰਗ ਦੇ ਨਾਲ, ਕਹਿੰਦੇ ਪੰਜਾਬ ਪੁਲਿਸ ਕੋਲੇ ਤੇ ਚੰਡੀਗੜ੍ਹ ਪੁਲਿਸ ਕੋਲੇ ਤਾਂ ਹਜੇ ਕਈ ਅਫਸਰਾਂ ਕੋਲੇ ਨਿੱਜੀ ਮਸ਼ੀਨਾਂ ਪਈਆਂ ਨੇ। ਕਹਿੰਦੇ ਇੱਥੇ ਬਠਿੰਡੇ ਵੀ ਆ ਗਈ ਸੀ। ਬਠਿੰਡੇ ਵੀ ਆ ਗਈ ਸੀ। ਉਹ ਜਿਹੜੀ ਮਸ਼ੀਨ ਸੀਗੀ, ਉਹ ਮਸ਼ੀਨ 2 ਕਰੋੜ ਰੁਪਏ ਦੀ ਮਸ਼ੀਨ ਸੀ। ਜਿਸ ਲੋਕੈਲਿਟੀ ਦੇ ਵਿੱਚ ਉਹ ਮਸ਼ੀਨ ਲਾ ਦਿੰਦੇ ਸੀ, ਉੱਥੋਂ ਦੀ ਸਾਰੀ ਗੱਲ ਜਿਹੜੀ ਹੈ ਚਲੀ ਜਾਂਦੀ ਸੀ। ਸੁਮੇਧ ਸਿੰਘ ਸੈਣੀ ਕਿਉਂਕਿ ਸਰਕਾਰ ਨਾਲ ਖਫਾ ਸੀ ਔਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਬਗਾਵਤ ਹੋਈ ਸੀ। ਰਜਿੰਦਰ ਕੌਰ ਭੱਠਲ ਨੇ 35-40 MLA ਨੂੰ ਲੈ ਕੇ ਬਗਾਵਤ ਕੀਤੀ ਸੀ। ਉਸ ਬਗਾਵਤ ਦੇ ਚੱਲਦਿਆਂ ਸੁਮੇਧ ਸਿੰਘ ਸੈਣੀ ਥੋੜਾ ਜਿਹਾ ਡੱਕਾ ਉਧਰ ਸੁੱਟਦੇ ਸੀ। ਕਹਿੰਦੇ ਆ ਕਿ ਉਸ ਵੇਲੇ ਜਿਹੜੀ ਹੈਗੀ ਹੈ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਦਿੰਦੇ ਹੁੰਦੇ ਸੀ ਬਿਰਕ ਸਾਹਿਬ। ਉੱਥੋਂ ਇਹਨਾਂ ਦਾ ਵਿਰੋਧ ਪੈਂਦਾ ਫਿਰ ਉਹ ਦੁਸ਼ਮਣੀ 'ਚ ਤਬਦੀਲ ਹੋ ਗਿਆ। ਅਖੀਰ ਜਿਹੜੀ ਹੈ 2007 ਦੇ ਵਿੱਚ ਚੋਣਾਂ ਹੋ ਗਈਆਂ। 2007 ਦੀਆਂ ਚੋਣਾਂ ਆਉਣ ਵੇਲੇ ਤੱਕ ਸੁਮੇਧ ਸਿੰਘ ਸੈਣੀ ਹੋਣੀ ਕਾਫੀ ਨੇੜੇ ਹੋ ਗਏ ਸੀ ਅਕਾਲੀ ਦਲ ਦੇ, ਕਿਉਂਕਿ ਇੱਧਰ ਵੀ ਡੱਕਾ ਸਿੱਟਦਾ ਹੁਣ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ 2007 ਦੇ ਵਿੱਚ ਮੁੱਖ ਮੰਤਰੀ ਬਣਦੇ ਤੇ ਇਹਨਾਂ ਨੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਲਾਤਾ ਸੀ ਸੁਮੇਧ ਸਿੰਘ ਸੈਣੀ ਨੂੰ। ਸੁਮੇਧ ਸਿੰਘ ਸੈਣੀ ਨੇ 2 ਕੰਮ ਕੀਤੇ ਹੈ ਜਿਹੜੇ ਕੰਮਾਂ ਨੂੰ ਲੋਕਾਂ ਨੇ ਚੰਗਾ ਨਹੀਂ ਸਮਝਿਆ। ਇੱਕ ਕੰਮ ਤਾਂ ਇਹ ਕੀਤਾ ਕਿ SS ਬਿਰਕ ਦੇ ਨਾਲ ਦੁਸ਼ਮਣੀ ਪਗਾਈ। SS ਬਿਰਕ ਨੂੰ ਬਾਦਲ ਪਰਿਵਾਰ ਵੀ ਚੰਗਾ ਨਹੀਂ ਸਮਝਦਾ ਸੀ। ਹਾਲਾਂਕਿ ਜੇ ਆਪਾਂ ਦੇਖੀਏ ਤਾਂ SS ਬਿਰਕ ਦੇ ਜਿਹੜੇ ਇਨਲਾਜ਼ ਆ ਉਹ ਮੁਕਤਸਰ ਹੈ।
अच्छा, भाई का परिवार वो इन्हां दे विआहे होए। भाई शमिंदर सिंह होना दे भाई कुकू होरां दे। अमनदीप होरे इकट्ठे ਜਿਹੜੇ ਐਸਐਸਪੀ ਆ। नहीं मनदीप होरी भाई के नहीं है। अच्छा ठीक है। ਉਹ ਨਹੀਂ, ਉਹ ਭਾਈ ਕੇ ਨਹੀਂ, ਭਾਈ ਕੇ ਤੇ ਭਾਈ ਰਾਹੁਲ ਕੁਕੂ। ਓਕੇ, ਇਹਨਾਂ ਦੇ ਭਾਈ ਜਿਹੜਾ ਸੀ ਆਪਣਾ ਸ਼ਮਿੰਦਰ ਸਿੰਘ, ਭਾਈ ਸ਼ਮਿੰਦਰ ਸਿੰਘ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ। ਜੀ। ਉਹ ਬਾਦਲ ਪਰਿਵਾਰ ਦੇ ਬੜੇ ਨੇ। ਭਾਈ ਹਰਨਰਪਾਲ ਸਿੰਘ ਕੁਕੂ ਵੀ ਤਾਂ ਅਕਾਲੀ ਦਲ ਦੇ ਕੈਂਡੀਡੇਟ ਰਹੇ, ਉਹ ਵੀ ਨੇੜੇ ਰਹੇ ਬਾਦਲ ਸਾਹਿਬ ਦੇ। ਇਹਨਾਂ ਨਾਲ ਸੀ, ਪਰ ਕਿਉਂਕਿ ਉਹ ਕੈਪਟਨ ਸਾਹਿਬ ਦੇ ਨੇੜੇ ਹੋ ਗਏ ਸੀ, ਇਸ ਕਰਕੇ ਬਾਦਲ ਪਰਿਵਾਰ ਵੀ ਚੰਗਾ ਨਹੀਂ ਸਮਝਦਾ ਸੀ ਉਹਨਾਂ ਨੂੰ, ਤੇ ਸੁਮੇਧ ਸਿੰਘ ਸੈਣੀ ਨੇ ਵੀ ਆਪਣਾ ਦੋ ਹੱਥ ਕਰਨੇ ਸੀ। ਤਾਂ ਹੋਇਆ ਇਹ ਕਿ ਪਹਿਲਾਂ ਤਾਂ ਇਹਨਾਂ ਨੇ ਜਿਹੜੀ ਸਰਕਾਰ ਨੇ ਸਸਪੈਂਡ ਕੀਤਾ ਸੀ ਐਸਐਸ ਬਿਰਕ, ਉਸ ਸਸਪੈਂਸ਼ਨ ਦੇ ਖਿਲਾਫ ਐਸਐਸ ਬਿਰਕ ਹੋਣੀ ਚਲੇ ਗਏ ਸੀ ਕੈਟ 'ਚ ਜੀ। ਕੈਟ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਉਹ ਸਸਪੈਂਸ਼ਨ ਰਿਵੋਕ ਕਰਵਾ ਲਈ ਸੀ, ਔਰ ਉਹ ਤੋਂ ਬਾਅਦ ਉਹ ਆਪਣਾ ਜਿਹੜੀ ਪੇਰੈਂਟ ਉਹਨਾਂ ਦਾ ਸਟੇਟ ਸੀ ਮਹਾਰਾਸ਼ਟਰ, ਉੱਥੇ ਚਲੇ ਗਏ ਸੀ। ਮਹਾਰਾਸ਼ਟਰ ਦੇ DGP ਬਣ ਗਏ, ਔਰ ਇਸੇ ਸਮੇਂ ਦੇ ਦੌਰਾਨ ਉਹਨਾਂ ਨੂੰ ਪੰਜਾਬ ਦੇ ਵਿੱਚ ਚੰਗੀਆਂ ਸਰਵਿਸ ਉਹਨਾਂ ਨੂੰ ਦੇ ਦਿੱਤਾ ਸੀਗਾ ਪਦਮ ਸ਼੍ਰੀ ਦਾ ਅਵਾਰਡ। ਪਦਮ ਸ਼੍ਰੀ ਇੱਕ ਬੰਦਾ ਹੈ, ਤੇ ਪਦਮ ਸ਼੍ਰੀ ਬੰਦਾ ਨਾਲ DGP ਹੈ ਮਹਾਰਾਸ਼ਟਰ ਦਾ। ਉਹ ਦਿੱਲੀ ਦੇ ਵਿੱਚ ਆਏ ਹੋਏ ਸੀ। ਦਿੱਲੀ ਜਿੱਥੇ ਆਪਾਂ ਪੰਜਾਬ ਭਵਨ 'ਚ ਰੁਕਦੇ ਹੁੰਦੇ ਆ ਕਿ ਪੰਜਾਬ ਭਵਨ ਦੇ ਨਾਲ ਹਰਿਆਣਾ ਭਵਨ ਆ ਗਿਆ, ਹਰਿਆਣਾ ਭਵਨ ਦੇ ਨਾਲ ਮਹਾਰਾਸ਼ਟਰ ਸਦਨ ਆ ਗਿਆ ਜੀ। ਮਹਾਰਾਸ਼ਟਰ ਸਦਨ ਦੇ ਵਿੱਚੋਂ ਰੁਕੇ ਹੋਏ ਹੈ। ਫਿਰ ਵਿਜੀਲੈਂਸ ਦੀ ਇੱਕ ਟੀਮ ਇੱਥੋਂ ਜਾਂਦੀ ਹੈ, ਹਾਂਜੀ, ਔਰ ਉਸ ਟੀਮ ਦੀ ਅਗਵਾਈ ਕੌਣ ਕਰਦਾ? ਸ਼ਿਵ ਕੁਮਾਰ ਜੀ। ਉਹੀ ਸ਼ਿਵ ਕੁਮਾਰ ਪਟਵਾਰੀ ਸਾਹਿਬ ਵਾਲਾ, ਪਟਵਾਰੀ ਮੋਹਨ ਸਿੰਘ ਨੂੰ ਜਿਹਨੇ ਟੌਰਚਰ ਕੀਤਾ ਸੀ, ਜਲੀਲ ਕੀਤਾ ਸੀ, ਉਹ ਸ਼ਿਵ ਕੁਮਾਰ ਫਿਰ ਖਿੱਚ ਕੇ ਲੈ ਕੇ ਆਉਂਦਾ ਹੈ, ਅਰੈਸਟ ਕਰਕੇ ਲੈ ਕੇ ਆਉਂਦਾ ਮੌਜੂਦਾ DGP ਪਦਮ ਸ਼੍ਰੀ SS ਬਿਰਕ ਨੂੰ ਦਿੱਲੀ ਤੋਂ ਫੜ ਕੇ ਲੈ ਕੇ ਇੱਥੇ ਲਿਆ। ਉਹਨਾਂ ਤੇ ਫਿਰ ਸੋਮਿਆਂ ਤੋਂ ਵੱਧ ਸੈਂਕੜੇ ਕਰੋੜ ਰੁਪਈਆਂ ਦੀ ਜਾਇਦਾਦ ਬਣਾਉਣ ਦੇ ਇਲਜ਼ਾਮ ਲਾ ਕੇ ਉਹਨਾਂ ਤੇ ਕੇਸ ਰਜਿਸਟਰ ਕਰਤਾ। ਲੇਕਿਨ ਉਸ ਇੱਥੇ ਸੁਮੇਧ ਸਿੰਘ ਸੈਣੀ ਤਾਂ ਅੰਦਰ ਰਹੇ ਨਹੀਂ ਜੀ, ਉਹ ਤਾਂ ਕਸਟਡੀ 'ਚ ਰਹੇ, ਔਰ ਉਹਦੇ ਵਿੱਚ ਫਿਰ ਬਾਅਦ ਦੇ ਵਿੱਚ ਉਹ ਬਾ ਇੱਜ਼ਤ ਬਰੀ ਹੋਈ। ਸੋ ਕਈ ਵਾਰੀ ਹੁੰਦੀਆਂ ਕਦੇ ਆਪ ਦੀਆਂ ਕਦੇ ਬਾਪ ਦੀਆਂ। ਉਹ ਫਿਰ ਉਹੀ ਜਿਵੇਂ ਮਤਲਬ ਹੈ ਵੀ SS ਬਿਰਕ ਨੂੰ ਜਲੀਲ ਕੀਤਾ ਸੀ, ਉਹ ਤਸਵੀਰਾਂ ਵਾਇਰਲ ਕੀਤੀਆਂ ਉਵੇਂ ਆਏ ਕੀਤਾ, ਉਹ ਵਾਇਰਲ ਕੀਤੀਆਂ, ਸਾਰਾ ਕੁਛ ਉਹ ਦਿਖਾਇਆ ਵਾ। ਲੇਕਿਨ ਇਹਦੇ 'ਚ ਜਿਹੜੀ ਹੈ, ਕਿਉਂਕਿ ਜਦੋਂ ਹਮਦਰਦੀ ਹੋ ਜਾਂਦੀ ਹੈ ਕਿਸੇ ਵੀ ਬੰਦੇ ਨੂੰ, ਆਪਾਂ ਜਦੋਂ ਅੰਦਰ ਕਰ ਦਈਏ ਉਹਦੇ ਨਾਲ ਲੋਕਾਂ ਦੀ ਹਮਦਰਦੀ ਹੋ ਜਾਂਦੀ ਹੈ। ਜਿਹੜੇ ਲੋਕਾਂ ਦੇ ਚਲੋ ਜਿਨ੍ਹਾਂ ਦੇ ਕੋਈ ਪਿਆਰੇ, ਜਿਨ੍ਹਾਂ ਤੇ ਟੌਰਚਰ ਕੀਤਾ, ਕਿਸੇ ਨੂੰ ਮਾਰਿਆ ਵਗੈਰਾ, ਉਹ ਬੜੇ ਔਖੇ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਅੱਜ ਕੱਲ੍ਹ ਇੱਕ ਚਰਚਾ 'ਚ ਬੜੀਆਂ ਵੀਡੀਓਜ਼ ਆ ਰਹੀਆਂ ਮਿਸਟਰ ਪ੍ਰਦੀਪ ਸਿੰਘ ਬਿਰਕ ਦੀਆਂ। ਹਾਂਜੀ ਹਾਂ, ਪ੍ਰਦੀਪ ਸਿੰਘ ਬਿਰਕ SS ਬਿਰਕ ਦੇ ਸਪੁੱਤਰ ਨੇ ਬਿਲਕੁਲ। ਔਰ ਇਹ ਵੀ ਮੈਂ ਤੁਹਾਨੂੰ ਦੱਸਾਂ ਕਿ ਪ੍ਰਦੀਪ ਸਿੰਘ ਬਿਰਕ ਉਸ ਵੇਲੇ IPS ਆਫੀਸਰ ਸੀ, IPS ਸੀਗਾ, ਟ੍ਰੇਨਿੰਗ ਕਰਦੇ ਸੀ ਜਦੋਂ ਉਹਦੇ ਬਾਪ ਨੂੰ ਫੜਿਆ ਸੀ। ਔਰ ਉਹਨੇ ਫਿਰ ਇਸ ਕਰਕੇ ਕਿ ਮੈਂ ਇਹ ਜਿਹੇ ਮਹਿਕਮੇ 'ਚ ਲੈਣਾ ਕੀ ਹੈ ਜਿਹੜਾ ਆਪਦੇ DGP ਨੂੰ ਪ੍ਰੋਟੈਕਟ ਨਹੀਂ ਕਰ ਸਕਦਾ, ਜਿੱਥੇ ਉਹਦੇ DGP ਨੂੰ ਜਲੀਲ ਕੀਤਾ ਜਾਂਦਾ, ਉਹਨੂੰ ਇਸ ਤਰ੍ਹਾਂ ਉਹਨੇ IPS ਆਫੀਸਰ ਤੋਂ ਅਸਤੀਫਾ ਦਿੱਤਾ ਸੀ, ਨਹੀਂ ਤਾਂ ਹੁਣ ਸ਼ਾਇਦ ਉਹ DIG ਤੱਕ ਹੁੰਦਾ। ਅਸਤੀਫਾ ਦੇਣ ਤੋਂ ਬਾਅਦ ਉਹ ਬੰਦੇ ਨੇ ਆ ਕੇ ਪ੍ਰੈਕਟਿਸ ਸ਼ੁਰੂ ਕੀਤੀ। ਔਰ ਇਸ ਵੇਲੇ ਜਿਹੜੇ ਹੈਗੇ ਆ ਸੈਣੀ ਹੋਰਾਂ ਦੇ ਖਿਲਾਫ ਜਿਹੜੇ ਵਕੀਲ ਤਿਆਰੀਆਂ ਕਰਵਾਉਣ ਵਾਲੇ ਹੈ, ਉਹ ਹੈ ਜਾਂ ਜਦੋਂ ਵੀ ਕੋਈ ਇਸ ਕਿਸਮ ਦਾ ਮਾਮਲਾ ਹੁੰਦਾ ਹੈ, ਉਦੋਂ ਜਦੋਂ ਵਰਜਨ ਲੈਂਦੇ ਹੈ ਵਿਰੋਧੀ ਪੱਖ ਦਾ, ਜਾਂ ਇੱਕ ਵਕੀਲ ਦੇ ਤੌਰ ਦੇ ਉੱਤੇ, ਇੱਕ ਮਾਹਰ ਦੇ ਤੌਰ ਦੇ ਉੱਤੇ ਚੈਨਲਾਂ ਵਾਲੇ ਲੈਂਦੇ ਹੈ, ਤਾਂ ਉਹ ਪ੍ਰਦੀਪ ਸਿੰਘ ਬਿਰਕ ਦਾ ਲੈਂਦੇ ਹੈ। ਸੋ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਜੀ, ਅਤੇ ਇਉਂ ਉਹਨਾਂ ਦੀ ਰਿਹਾਈ ਹੋਈ। ਪਰ ਗੱਲ ਇੱਕ ਹੈ, ਜਿਵੇਂ ਕਹਿੰਦੇ ਹੁੰਦੇ ਨਾ ਵੀ ਬੰਦੇ ਨੂੰ ਜਿਵੇਂ ਯਾਦ ਹੈ ਕਿ ਜਿਸ ਰੱਖਣਾ ਚਾਹੀਦਾ ਕਿ ਜਿਸ ਬੰਦੇ ਨੇ ਜਨਮ ਲਿਆ ਉਹਨੇ ਕਦੇ ਮਰਨਾ ਵੀ। ਮੇਰੇ ਇੱਕ ਸੱਜਣ ਸੀ ਦਾਨੇਵਾਲੀਆ ਸਾਹਿਬ, ਇੱਕ ਵਾਰੀ ਅਸੀਂ ਸ਼ਮਸ਼ਾਨ ਘਾਟ 'ਚ ਕਿਸੇ ਸੰਸਕਾਰ 'ਤੇ ਖਲੋਤੇ, ਬੜੀ ਕਹਿਰ ਦੀ ਮੌਤ ਹੋਈ, ਅਤੇ ਉੱਥੇ ਸਾਰਾ ਕੁਛ ਲੋਕ ਆਪਣੇ ਆਪ ਨੂੰ ਭੁੱਲ ਗਏ, ਸ਼ਮਸ਼ਾਨ 'ਚ ਖੜੇ ਸੀ, ਸ਼ਮਸ਼ਾਨ ਭੂਮੀ 'ਚ। ਉਹ ਮੇਰਾ ਸੱਜਣ ਖੜਾ ਬੜਾ ਜਿਹੜਾ ਗਹਿਰ ਗੰਭੀਰ ਹੋਇਆ ਵਾ ਜੀ। ਮੁੜ ਕੇ ਮੈਂ ਉਹਨੂੰ ਕਿਹਾ, ਮੈਂ ਯਾਰ ਚੱਲ ਚਾਹ ਪਾਣੀ ਪੀ ਕੇ ਬਾਹਰ ਚਲੀਏ। ਸੰਸਕਾਰ ਤੋਂ ਬਾਅਦ ਅਸੀਂ ਬਾਹਰ ਆ ਕੇ ਠੰਡਾ ਪਾਣੀ ਪੀਤਾ ਅਤੇ ਚਾਹ ਪੀਣ ਲੱਗੇ। ਅਤੇ ਮੈਂ ਉਹਨੂੰ ਕਿਹਾ ਵੀ ਤੂੰ ਇੰਨਾ ਗਹਿਰ ਗੰਭੀਰ ਕਿਉਂ ਹੋ ਗਿਆ ਯਾਰ, ਮਾੜੀ ਗੱਲ ਹੈ, ਚਲੋ ਇਹ ਜਿਹੜਾ ਹੋਇਆ ਬੰਦੇ ਦੀ ਮੌਤ ਹੋ ਗਈ। ਉਹ ਮੈਨੂੰ ਕਹਿੰਦਾ ਯਾਰ ਮੈਨੂੰ ਅੱਜ ਕੱਲ੍ਹ ਤੱਕ ਦਾ ਅਹਿਸਾਸ ਹੋਇਆ। ਮੈਂ ਕੀ ਗੱਲ? ਕਹਿੰਦਾ ਵੀ ਘੱਟੋ ਘੱਟ 10 ਦਿਨਾਂ ਤੋਂ ਸ਼ਮਸ਼ਾਨ ਘਾਟ ਦੇ ਵਿੱਚ ਗੇੜਾ ਜ਼ਰੂਰ ਮਾਰ ਲੈਣਾ ਚਾਹੀਦਾ ਜੀ। ਮੈਂ ਕਿਹਾ ਵੀ ਕਿਉਂ ਮਾਰ ਲੈਣਾ ਚਾਹੀਦਾ? ਕਹਿੰਦਾ ਬੰਦਾ ਫਿਰ ਜਿਹੜਾ ਨਾ ਆਪਦੇ ਪੈਰਾਂ 'ਤੇ ਰਹਿੰਦਾ, ਪੈਰ ਨਹੀਂ ਛੱਡਦਾ। ਜਦੋਂ ਅਸੀਂ ਮਤਲਬ ਆ ਕੇ ਬਹਿ ਜਾਂਦੇ ਹਾਂ ਨਾ ਕਿਸੇ ਥਾਂ ਦੇ ਉੱਤੇ, ਔਰ ਉਦੋਂ ਅਸੀਂ ਸਮਝਦੇ ਹਾਂ ਕਿ ਹਮੇਸ਼ਾ ਹੀ ਇਹ ਦਿਨ ਰਹਿਣਗੇ, ਲੇਕਿਨ ਯਾਦ ਰੱਖਣਾ ਚਾਹੀਦਾ ਕਿ ਜੇ ਸੂਰਜ ਚੜ੍ਹਦਾ ਤਾਂ ਉਹਨੂੰ ਢਲਣਾ ਵੀ ਹੈ ਜੀ। ਜੇ ਅੱਜ ਆਪਾਂ ਤਾਕਤ ਦੇ ਵਿੱਚ ਹਾਂ, ਕੱਲ੍ਹ ਨੂੰ ਤਾਕਤ ਤੋਂ ਲੈਣਾ ਵੀ ਹੈ। ਜੇ ਅੱਜ ਆਪਾਂ ਕਿਸੇ ਨਾਲ ਧੱਕਾ ਕਰਦੇ ਹਾਂ, ਜ਼ਿਆਦਤੀ ਕਰਦੇ ਹਾਂ, ਕੱਲ੍ਹ ਨੂੰ ਆਪਾਂ ਨੂੰ ਧੱਕੇ ਅਤੇ ਜ਼ਿਆਦਤੀ ਦਾ ਸਾਹਮਣਾ ਵੀ ਕਰਨਾ ਪੈਣਾ ਜੀ। ਬਿਲਕੁਲ। ਪਰ ਹੁਣ ਢਿੱਲੋਂ ਸਾਹਿਬ, ਜਿਵੇਂ ਆਪਾਂ ਧੱਕਿਆਂ ਦੀ ਗੱਲ ਕਰਦੇ ਹਾਂ, ਹੋਰ ਕਰਦੇ ਹਾਂ, ਪਰ ਪ੍ਰਧਾਨ ਜੀ ਨੂੰ ਵੀ ਹੁਣ ਕਹਿੰਦੇ ਸਵਾਲ, ਜਿਵੇਂ ਤੁਸੀਂ ਵਿਰਕ ਸਾਹਿਬ ਦੇ ਮੁੰਡੇ ਨੇ ਕਿਹਾ ਵੀ ਸਵਾਲ ਜਵਾਬ ਤਿਆਰ ਕਰਦੇ, ਹੁਣ ਪ੍ਰਧਾਨ ਜੀ ਨੂੰ ਵੀ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦੇਖੋ ਗੱਲ ਇਹ ਹੈ ਵੀ ਸਵਾਲਾਂ ਦਾ ਸਾਹਮਣਾ ਤਾਂ ਹਰ ਸਿਆਸਤਦਾਨ ਨੂੰ ਕਰਨਾ ਪੈ ਰਿਹਾ। ਪ੍ਰਧਾਨ ਇੱਕ ਨਹੀਂ, ਹੁਣ ਪ੍ਰਧਾਨ ਤਾਂ ਕਈ ਹੋ ਗਏ। ਪੰਜਾਬ ਦੇ 3 ਪ੍ਰਧਾਨ ਹੈ, 3 ਪੋਲੀਟੀਕਲ ਪਾਰਟੀਆਂ ਦੇ, ਜਿਹੜੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਸੱਤਾ ਦੀਆਂ ਦਾਅਵੇਦਾਰ ਹੈ। ਮੌਜੂਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੈ,
ਜਿਹੜੀ ਵਿਰੋਧੀ ਧਿਰ ਦੇ ਪ੍ਰਧਾਨ ਜਿਹੜੇ ਹੈਗੇ ਆ ਉਹ ਭਗਵੰਤ ਸਿੰਘ ਮਾਨ ਹੈ ਔਰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੈ। ਔਰ ਜੇ ਆਪਾਂ ਦੇਖੀਏ ਤਾਂ ਤਿੰਨਾਂ ਨੂੰ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕ ਸਵਾਲ ਕਰਦੇ ਹੈ। ਕੁਝ ਆਮਣੇ ਸਾਹਮਣੇ ਕਰ ਲੈਂਦੇ ਹੈ, ਕੁਝ ਟਵੀਟਾਂ ਦੇ ਜ਼ਰੀਏ ਕਰ ਲੈਂਦੇ ਹੈ। ਇੱਕ ਨੇ ਟਵੀਟ ਕਰਤਾ, ਫਿਰ ਲੋਕ ਉਹਦੇ ਉੱਤੇ ਆਪਣੇ ਕਮੈਂਟ ਦਿੰਦੇ, ਇਹ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਜੀ। ਔਰ ਇਹਦਾ ਵੱਡਾ ਕਾਰਨ ਇਹ ਹੈ ਕਿ ਜਿਹੜਾ ਕਿਸਾਨ ਅੰਦੋਲਨ ਚੱਲਦਾ, ਕਿਸਾਨ ਅੰਦੋਲਨ ਪ੍ਰਤੀ ਤੁਹਾਡੀ ਪਹੁੰਚ ਕੀ ਹੈ ਜੀ। ਕਿਸਾਨਾਂ ਦੇ ਖਿਲਾਫ ਜਿਹੜੇ ਕਾਲੇ ਕਾਨੂੰਨ ਬਣੇ ਹੈ, ਇਹਨਾਂ ਦੇ ਖਿਲਾਫ ਇਹਨਾਂ ਦੇ ਪ੍ਰਤੀ ਤੁਹਾਡੀ ਪਹੁੰਚ ਕੀ ਹੈ, ਲੋਕ ਇਹ ਸਵਾਲ ਪੁੱਛਦੇ ਜੀ। ਲੋਕ ਇਸ ਗੱਲ ਕਰਕੇ ਵੀ ਵਿਰੋਧ ਕਰਦੇ ਆ ਕਿ ਜਿੰਨੀ ਦੇਰ ਤੱਕ ਅੰਦੋਲਨ ਚੱਲਦਾ ਉਨੀ ਦੇਰ ਤੱਕ ਜਿਹੜੀਆਂ ਪਿੰਡਾਂ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਨਹੀਂ ਹੋਣੀਆਂ ਚਾਹੀਦੀਆਂ। ਕਾਰਨ ਉਹਨਾਂ ਦਾ ਹੈ ਕਿ ਜਦੋਂ ਤੁਸੀਂ ਰਾਜਨੀਤਿਕ ਸਰਗਰਮੀਆਂ ਕਰੋਗੇ, ਜਿਹੜੀ ਹੁਣ ਯੂਨਿਟੀ ਬਣੀ ਹੈ ਜੀ ਪਿੰਡਾਂ ਦੇ ਲੋਕਾਂ ਦੀ, ਕਿਸਾਨਾਂ ਦੀ ਆਪਸੀ ਯੂਨਿਟੀ, ਫਿਰ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ, ਇੱਥੋਂ ਤੱਕ ਕਿ ਕਿਸਾਨਾਂ ਦੀ ਤੇ ਫਿਰ ਆੜ੍ਹਤੀਆਂ ਦੀ ਵੀ ਬਣੀ ਵੀ ਜੀ। ਇੱਕੋ ਭਾਈਚਾਰਾ ਬਣਿਆ ਵਾ, ਏਕਾ ਬਣਿਆ ਵਾ। ਉਹਨਾਂ ਨੂੰ ਇੱਕੋ ਚੀਜ਼ ਦੀ ਹੈ, ਮੱਛੀ ਦੀ ਅੱਖ ਵਾਂਗੂ ਕਿ ਆਪਾਂ ਇਹ ਕਾਲੇ ਕਾਨੂੰਨ ਵਾਪਸ ਕਰਵਾਉਣੇ ਜੀ। ਤੇ ਉਹ ਕਾਲੇ ਕਾਨੂੰਨ ਵਾਪਸ ਕਰਵਾਉਣ ਵਾਸਤੇ ਜਦੋਂ ਲੋਕ ਇਕੱਠੇ ਹੋਏ ਤੇ ਉਹ ਕਹਿੰਦੇ ਵੀ ਜੇ ਤੁਸੀਂ ਇਸ ਤਰ੍ਹਾਂ ਕੀਤਾ, ਜੇ ਤੁਸੀਂ ਇਸ ਤਰ੍ਹਾਂ ਕੀਤਾ ਕਿ ਇੱਥੇ ਆਪਣੀਆਂ ਪੋਲੀਟੀਕਲ ਸਰਗਰਮੀਆਂ ਸ਼ੁਰੂ ਕਰਤੀਆਂ ਤਾਂ ਅਕਾਲੀ ਦਲ ਵਾਲੇ ਪਾਸੇ ਚਲੇ ਜਾਣਗੇ ਜੀ, ਕਾਂਗਰਸ ਵਾਲੇ ਪਾਸੇ ਚਲੇ ਜਾਣਗੇ, ਆਪ ਵਾਲੇ ਪਾਸੇ ਚਲੇ ਜਾਣਗੇ, ਕਾਮਰੇਡਾਂ ਦਾ ਜਿਹੜਾ ਕੋਈ ਮਾੜਾ ਮੋਟਾ ਹੈਗਾ ਆਧਾਰ ਉਹ ਉਧਰ ਨੂੰ ਚਲੇ ਜਾਣਗੇ ਤੇ ਲੋਕ ਦੁਬਾਰਾ ਫੇਰ ਵੰਡੇ ਜਾਣਗੇ। ਸੋਚ ਉਹਨਾਂ ਦੀ ਠੀਕ ਹੈ ਕਿ ਕਿਰਪਾ ਕਰਕੇ ਤੁਸੀਂ ਉਨੀ ਦੇਰ ਤੱਕ ਆਪਣੀਆਂ ਰਾਜਨੀਤਿਕ ਸਰਗਰਮੀਆਂ ਜਿਹੜੀਆਂ ਮੁਲਤਵੀ ਕਰ ਦਿਓ, ਕੱਲ੍ਹ ਨੂੰ ਫੇਰ ਜਦੋਂ ਚੋਣਾਂ ਦਾ ਐਲਾਨ ਹੋਊਗਾ ਤੇ ਉਦੋਂ ਕਰ ਲਿਓ। ਪਰ ਉਹ ਕਿਉਂਕਿ ਹੁਣ ਸਿਆਸਤਦਾਨ ਕਿੱਥੇ ਰਹਿੰਦੇ ਆ ਇਸ ਵੇਲੇ, ਤੁਹਾਨੂੰ ਪਤਾ ਵੀ ਜੇ ਚੋਣਾਂ 'ਚ ਤਾਂ ਭਾਵੇਂ ਰਹਿੰਦੇ ਆ 5-6 ਮਹੀਨੇ, ਪਰ ਹਰ ਇੱਕ ਨੂੰ ਇਹ ਵੀ ਛੇਤੀ ਆਪਾਂ ਆਪਣਾ ਮਤਲਬ ਕਿ ਸੱਤਾ ਤੇ ਬਹਿ ਜਾਈਏ। ਇਹ ਵੀ ਮੈਨੂੰ ਲੱਗਦਾ ਸੱਤਾ 'ਚ ਬਹਿਣ ਨਾਲੋਂ ਜੀ ਇਹਨਾਂ ਨੇ ਵੀ ਕੋਈ ਪੀ ਕੇ ਹਾਇਰ ਕੀਤਾ ਹੋਣਾ ਇੱਕ ਇਹੋ ਜਿਹਾ ਜਿਹੜਾ ਕਹਿੰਦਾ ਹੋਣਾ ਪਿੰਡਾਂ ਦੇ ਗਲੀਓ ਗਲੀ ਹੋ ਜਾਓ, ਪਰ ਦੇ 100 ਬੰਦਾ ਨਾਰਾਜ਼ ਹੋਊਗਾ ਤਾਂ ਵਿੱਚੋਂ 5 ਨੂੰ ਵੀ ਮਿਲ ਲੇ ਤਾਂ ਵੀ ਸ਼ਾਇਦ ਉਹਨਾਂ ਦੇ ਮਨ ਮਿਹਰ ਪੈ ਜੇ। ਮੇਰਾ ਖਿਆਲ ਉਹ ਕੀਤਾ ਪੀ ਕੇ ਕੋਨੂ ਗੋਲੂ ਨਾ SK ਸੰਜੀਵ ਕੁਮਾਰ ਕੋਨੂ ਗੋਲੂ ਕੀਤਾ। ਉਹ ਪੀਕੇ ਦੀ ਪਾਰਟੀ ਦੇ ਬੰਦਾ, ਪੀਕੇ ਦੇ ਨਾਲ ਹੀ ਹੁੰਦਾ ਸੀ, ਉਹ ਪੀਕੇ ਦੇ ਨਾਲ ਹੀ ਹੁੰਦਾ ਸੀ। ਪੀਕੇ ਤੋਂ ਛੱਡ ਕੇ ਆ ਗਿਆ, ਹੁਣ ਉਹ ਜਿਹੜੀ ਹੈਗੀ ਪਲੈਨਿੰਗ ਬਣਾ ਕੇ ਦਿੰਦਾ, ਸਾਰੀ ਬਣਾ ਕੇ ਦਿੰਦਾ, ਸਟ੍ਰੈਟਜੀ ਬਣਾ ਕੇ ਦਿੰਦਾ। ਸਟ੍ਰੈਟਜਿਸਟ ਵੀ ਤੁਸੀਂ ਇਹ ਗੱਲ ਕਰੋ। ਉਹਨਾਂ ਨੇ ਕਿਹਾ ਵੀ ਤੁਸੀਂ ਪਿੰਡਾਂ 'ਚ ਜਾਓ, ਪਿੰਡਾਂ ਜਾ ਕੇ ਤੁਸੀਂ ਲੋਕਾਂ ਨਾਲ ਗੱਲ ਕਰੋ, ਔਰ ਪਿੰਡਾਂ ਦੇ ਵਿੱਚੋਂ ਜਾਣਾ ਸ਼ੁਰੂ ਕਰ ਦਿੱਤਾ। ਪ੍ਰਧਾਨ ਜੀ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਕੀਤਾ ਕਿ ਮੈਂ 100 ਦਿਨ ਜਿਹੜਾ ਹੈਗਾ ਘਰੇ ਨਹੀਂ ਵੜਨਾ ਔਰ 100 ਦਿਨ ਮੈਂ ਪਿੰਡਾਂ ਦੇ ਵਿੱਚ ਹੀ ਰਹਿਣਾ ਤੇ ਮੈਂ ਇਕੱਲਾ ਪਿੰਡਾਂ ਦੇ ਵਿੱਚ ਇੱਕ ਥਾਂ ਰੈਲੀ ਨਹੀਂ ਕਰਨੀ, ਜਾ ਕੇ ਰੈਲੀਆਂ ਕਰਨੀਆਂ, ਵੱਖ-ਵੱਖ ਥਾਵਾਂ ਤੇ ਜਾ ਕੇ ਰੈਲੀਆਂ ਕਰਨੀਆਂ। ਉਹ ਰੈਲੀਆਂ ਦੇ ਚੱਕਰ ਦੇ ਵਿੱਚੋਂ ਜਾ ਰਹੇ ਤੇ ਕੱਲ੍ਹ ਕਿਸੇ ਪਿੰਡ ਦੇ ਵਿੱਚ ਗਏ ਸੀਗੇ, ਇਲਾਕੇ 'ਚ ਗਏ ਸੀ, ਮੇਰਾ ਖਿਆਲ ਗੁਰੂ ਹਰਸਾਏ ਦੇ ਇਲਾਕੇ ਦੇ ਵਿੱਚ ਗਏ ਸੀ, ਔਰ ਕਿਸਾਨ ਫਿਰ ਉੱਥੇ ਇਕੱਠੇ ਹੋ ਕੇ ਆ ਗਏ। ਉਹ ਕਹਿੰਦੇ ਜੀ ਸਾਡੇ ਸਵਾਲਾਂ ਦਾ ਜਵਾਬ ਦਿਓ, ਅਸੀਂ ਤੁਹਾਡੇ ਨਾਲ ਜਾਂ ਸਵਾਲਾਂ ਦਾ ਜਵਾਬ ਦਿਓ। ਇਹ ਉਹਨਾਂ ਦਾ ਫੈਸਲਾ ਹੈ ਕਿ ਜਿਵੇਂ BJP ਵਾਲਿਆਂ ਨੂੰ ਤੰਗ ਕਰਨਾ, ਪੋਲੀਟਿਕਲ ਜਿਹੜੇ ਵਿਰੋਧੀ ਧਿਰ ਵਾਲੇ ਉਹਨਾਂ ਨੂੰ ਉਵੇਂ ਤੰਗ ਨਹੀਂ ਕਰਨਾ। ਵਿਰੋਧੀ ਧਿਰ ਵਾਲਿਆਂ ਨੂੰ ਸਵਾਲ ਪੁੱਛੋਗੇ ਤੁਹਾਡਾ ਇਹਦੇ ਪ੍ਰਤੀ ਨਜ਼ਰੀਆ ਕੀ ਹੈ, ਤੇ ਉਹਨਾਂ ਨੇ ਆ ਕੇ ਸਵਾਲ ਕੀਤੇ ਵੀ ਦੱਸੋ ਪ੍ਰਧਾਨ ਜੀ ਤੁਹਾਡਾ ਨਜ਼ਰੀਆ ਕੀ ਹੈ। ਫਿਰ ਪ੍ਰਧਾਨ ਜੀ ਕਹਿੰਦੇ ਵੀ ਅਸੀਂ ਕਿਸਾਨੀ ਕਾਨੂੰਨਾਂ ਦੇ ਹੱਕ ਵਿੱਚ ਹਾਂ। ਉਹਨਾਂ ਨੇ ਪੁੱਛਿਆ ਵੀ ਪ੍ਰਧਾਨ ਜੀ ਤੁਸੀਂ ਕਿਵੇਂ ਹੱਕ ਦੇ ਵਿੱਚ? ਉਹ ਕਹਿੰਦੇ ਜੀ ਅਸੀਂ ਅਸਤੀਫਾ ਦਿੱਤਾ ਸੀ। ਉਹ ਕਹਿੰਦੇ ਜਦੋਂ 3 ਆਰਡੀਨੈਂਸ ਆਈ ਸੀ ਤੁਸੀਂ ਉਹਨਾਂ ਦੀ ਹਮਾਇਤ ਕੀਤੀ ਸੀ। ਕਹਿੰਦੇ ਜੀ ਅਸੀਂ ਉਹ ਤਾਂ ਹਮਾਇਤ ਕੀਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਾਨੂੰਨ ਨਹੀਂ ਬਣਾਉਂਦੇ ਜੀ, ਤੇ ਜਦੋਂ ਕਾਨੂੰਨ ਬਣਾਉਣ ਦੀ ਗੱਲ ਆਈ ਕਹਿੰਦੇ ਕਾਨੂੰਨ ਤਾਂ ਜਦੋਂ ਉਹਨਾਂ ਨੇ ਕਿਹਾ ਬੀਬਾ ਜੀ ਕੈਬਨਿਟ ਦੇ ਮੈਂਬਰ ਸੀ, ਕਹਿੰਦੇ ਕੈਬਨਿਟ ਕਾਨੂੰਨ ਨਹੀਂ ਬਣਾਉਂਦੀ ਜੀ, ਕਾਨੂੰਨ ਤਾਂ ਜਿਹੜੀ ਹੈਗੀ ਹੈ ਪਾਰਲੀਮੈਂਟ ਬਣਾਉਂਦੀ ਹੈ, ਲੇਕਿਨ ਹਰ ਕਾਨੂੰਨ ਜਿਹੜਾ ਕੈਬਨਿਟ ਦੇ ਵਿੱਚ ਦੀ ਆਉਂਦਾ ਬਿਲਕੁਲ ਕੈਬਨਿਟ ਪਾਸ ਕਰੂਗੀ ਜਿਹੜੀ ਚੀਜ਼ ਉਹ ਅੱਗੇ ਆਊਗੀ। ਕਹਿੰਦੇ ਜੀ ਅਸੀਂ ਇਹਦਾ ਇਸ ਕਰਕੇ ਵਿਰੋਧ ਕੀਤਾ ਸੀ, ਤੇ ਕਿਸਾਨਾਂ ਨੇ ਫਿਰ ਅਗਲਾ ਸਵਾਲ ਕੱਢ ਲਿਆ। ਉਹ ਕਹਿੰਦਾ ਜੀ ਤੁਹਾਥੋਂ ਲੈ ਕੇ ਵੱਡੇ ਬਾਦਲ ਸਾਹਿਬ ਤੇ ਬੀਬਾ ਜੀ ਤੱਕ ਸਾਰਿਆਂ ਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ ਦੇ ਉੱਤੇ, ਪ੍ਰਿੰਟ ਮੀਡੀਆ ਦੇ ਉੱਤੇ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਤੁਸੀਂ ਬੋਲਦੇ ਇਹਦਾ ਤੁਸੀਂ ਜਵਾਬ ਦੇ ਦਿਓ। ਫਿਰ ਉਹਨੇ ਨੌਕਰੀਆਂ ਬਾਰੇ ਪੁੱਛਿਆ ਜੀ ਤੁਸੀਂ ਨੌਕਰੀਆਂ ਕਿਵੇਂ ਦਿਓਗੇ? ਸਾਡੇ ਕੋਲੇ ਤਾਂ ਜਿਹੜਾ ਹੈਗਾ ਪੈਸੇ ਹੀ ਨਹੀਂ ਹੈ, ਪੈਸਾ ਸਾਡਾ ਇਹਨਾਂ ਜਿਹੜਾ ਹੈਗਾ ਤਨਖਾਹਾਂ ਦੇਣ ਦੀ ਤਾਂ ਪ੍ਰੋਬਲਮ ਹੋਈ ਪਈ ਜੀ। ਇਹਦਾ ਵੀ ਕੋਈ ਜਵਾਬ ਨਹੀਂ ਪ੍ਰਧਾਨ ਜੀ ਨੂੰ। ਤੀਜਾ ਫਿਰ ਉਹ ਗੱਲ ਕਹਿੰਦੇ ਜੀ ਤੁਸੀਂ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ। ਹੁਣ ਉਹ ਸਾਨੂੰ ਭ੍ਰਿਸ਼ਟਾਚਾਰ ਤੁਸੀਂ ਕਿਹੜੇ ਤਰੀਕੇ ਨਾਲ ਖਤਮ ਕਰੋਗੇ ਇਹ ਦੱਸ ਦਿਓ। ਉਹ ਕਹਿੰਦਾ ਉਹ ਤਾਂ ਨਹੀਂ ਹੁੰਦਾ ਮੇਰੇ ਤੋਂ। ਉਹ ਕਹਿੰਦੇ ਜੀ ਭ੍ਰਿਸ਼ਟਾਚਾਰ ਤਾਂ ਪ੍ਰਧਾਨ ਜੀ ਕਹਿੰਦੇ ਵੀ ਹੋ ਹੀ ਨਹੀਂ ਸਕਦਾ, ਇਹ ਘੱਟ ਜ਼ਰੂਰ ਸਕਦਾ ਹੈ ਜੀ। ਕਹਿੰਦੇ ਵੀ ਇਹ ਭ੍ਰਿਸ਼ਟਾਚਾਰ ਫਿਰ ਉਦੋਂ ਖਤਮ ਹੋਊਗਾ ਜਦੋਂ ਸਾਰੇ ਕਾਸੇ ਦਾ ਕੰਪਿਊਟਰੀਕਰਨ ਕਰਤਾ, ਲੋਕ ਆਨਲਾਈਨ ਹੀ ਸਾਰੀ ਗੱਲ ਕਰ ਲਿਆ ਕਰਨਗੇ। ਕਹਿੰਦੇ ਮੈਂ ਬਣਾਏ ਸੀ ਜਿਹੜੇ ਉਹ ਪਿੰਡਾਂ ਦੇ ਵਿੱਚ ਸੇਵਾ ਕੇਂਦਰ ਬਣਾਏ ਸੀ, ਸਾਰਾ ਕੁਛ, ਪਰ ਕਾਂਗਰਸੀਆਂ ਨੇ ਆ ਕੇ ਬੰਦ ਕਰਤਾ। ਇੱਥੇ ਆ ਕੇ ਪ੍ਰਧਾਨ ਜੀ ਫਿਰ ਫਸ ਗਏ, ਇੱਥੇ ਫਸ ਗਏ ਕਿ ਜਿਹੜੇ ਉਹ ਬਣਾਏ ਸੀ ਨਾ ਸੁਵਿਧਾ ਕੇਂਦਰ, ਸੁਵਿਧਾ ਕੇਂਦਰਾਂ ਨੂੰ ਲੋਕ ਉਸ ਜ਼ਮਾਨੇ ਦੇ ਵਿੱਚ ਦੁਬਦਾ ਕੇਂਦਰ ਕਹਿਣ ਲੱਗ ਪਏ, ਅੱਜ ਵੀ ਦੁਬਦਾ ਕੇਂਦਰ ਕਹਿੰਦੇ। ਮਤਲਬ ਉੱਥੇ ਤੁਸੀਂ ਦੇਖੋ ਕਿ ਅੱਗੇ ਆਪਾਂ ਫੀਸ ਭਰਦੇ
ਅਸਲਾ ਲਾਇਸੈਂਸ ਇੱਕ ਤਾਂ ਭਰ ਦਿੰਦੇ, ਇਹ ਤਾਂ ਇੱਕ ਤਾਂ ਭਰਦੇ ਮੇਰਾ ਖਿਆਲ 60 ਰੁਪਏ ਸੀ 3 ਸਾਲਾਂ ਦੀ। 60 ਰੁਪਏ ਆਪਾਂ ਭਰਦੇ, ਖਜ਼ਾਨੇ ਦੇ ਵਿੱਚ ਆਪਦੀ ਰਸੀਦ ਲੈਂਦੇ ਬੈਂਕ ਦੇ ਵਿੱਚੋਂ ਲਿਜਾ ਕੇ ਤੇ ਉਹਨੂੰ ਜਿਹੜਾ ਕਲਰਕ ਆ ਸੰਬੰਧਿਤ ਉਹਨੂੰ ਦਿਖਾਉਂਦੇ, ਆ ਲੈ ਭਾਈ। ਉਹ ਨੰਬਰ ਦੇਖ ਲੈਂਦਾ, ਤੁਹਾਡਾ ਅਸਲੇ ਦਾ ਨੰਬਰ ਦੇਖ ਲੈਂਦਾ, ਤੁਹਾਡਾ ਅਸਲੇ ਦਾ ਲਾਇਸੈਂਸ ਦਾ ਨੰਬਰ ਦੇਖ ਲੈਂਦਾ, ਸਾਰਾ ਕੁਝ ਮਿਲਾਨ ਕਰਕੇ ਕਹਿੰਦਾ ਜੀ ਚਲੋ ਆਪਾਂ ADC ਨੂੰ ਦਿਖਾ ਦਿੰਦੇ ਹਾਂ, ਜਾਂ ਜਿਹੜਾ ਸੰਬੰਧਿਤ ਅਧਿਕਾਰੀ ਜਿਹੜਾ ਡਿਪਿਊਟ ਕੀਤਾ ਹੁੰਦਾ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਉਹਨੂੰ ਦਿਖਾ ਕੇ ਉਹ ਕਹਿੰਦੇ ਆ ਲਓ ਜੀ ਰਸੀਦ, ਮਹੀਨੇ ਨੂੰ ਲੈ ਜਾਓ ਆਪਦੀ, ਤੁਹਾਡੇ ਅੱਗੇ ਚੜ੍ਹ ਜੂਗਾ। ਉਹ ਸਾਰਾ ਕੁਝ ਉੱਥੇ ਹੋ ਜਾਂਦਾ ਸੀ 60 ਰੁਪਏ 'ਚ। ਹੁਣ ਕੀ ਹੋਇਆ? ਹੁਣ 6000 'ਚ ਨਹੀਂ ਚੜ੍ਹਦਾ, ਹੁਣ 6000 'ਚ ਨਹੀਂ ਚੜ੍ਹਦਾ। ਹੁਣ ਕਹਿੰਦੇ ਜੀ ਜਿਹੜੀ ਤਾਂ ਪਹਿਲੀ ਗੱਲ ਤਾਂ ਜਦੋਂ ਸੁਵਿਧਾ ਸੈਂਟਰ ਜਾਓਗੇ ਉਹਨਾਂ ਦੀ ਫੀਸ ਹੈ ਜੀ, ਉਹ ਦੱਸੋ ਐਵੇਂ ਹਾਥੀ ਬੰਨ੍ਹਦੇ, ਉਹ ਹਾਥੀ ਉਹ 2-3 ਹਜ਼ਾਰ ਰੁਪਏ ਦੀ, 2-2.5 ਹਜ਼ਾਰ ਦੀ ਉਹ ਹੋ ਗਈ। ਫਿਰ ਕਹਿੰਦੇ ਜੀ ਤੁਹਾਡੀ ਜਿਹੜੀ ਹੈਗੀ ਹਰ ਵਾਰੀ ਵੈਰੀਫਿਕੇਸ਼ਨ ਹੋਣੀ ਹੈ, ਥਾਣੇ ਜਾਊਗੀ, ਫਿਰ 100-200 ਰੁਪਏ ਦੀ ਪਰਚੀ ਉੱਥੇ ਕਟਾਉਣੀ ਪੈਣੀ ਹੈ। ਅੱਗੇ ਫਿਰ ਜਿਹੜਾ ਹੈਗਾ ਜਾਂਦਾ ਸੀ ਬੰਦਾ ਆਪਦੀ ਡਾਕਟਰ ਕੋਲ ਜਾ ਕੇ ਕਰਾਉਂਦਾ ਵੀ ਫਿਜ਼ੀਕਲੀ ਫਿੱਟ ਆ। ਹੁਣ ਉਹ ਕਹਿੰਦੇ ਜੀ ਇੱਧਰ ਦੀ ਇੱਥੇ ਡਾਕਟਰ ਆਊਗਾ, ਉਹਦੀ ਅੱਡ ਫੀਸ, ਉਹਦੀ ਉਹ ਫਿਟਨੈਸ ਦੀ ਅੱਡ ਆ ਗਈ। ਨਾਲ ਚੱਲ ਇੱਕ ਨਵੀਂ ਗੱਲ ਜੋੜਤੀ ਪੰਜਾਬ ਵਾਲਿਆਂ ਨੇ, ਬਠਿੰਡੇ ਵਾਲਿਆਂ ਨੇ ਤਾਂ ਬਾਹਲੀ ਜੋੜਤੀ। ਉਹ ਵੀ ਨਹੀਂ, 2 ਜੋੜਤੀਆਂ। ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਜੀ ਪਹਿਲਾਂ ਡੋਪ ਟੈਸਟ ਕਰਾਓ। ਹੁਣ ਡੋਪ ਟੈਸਟ ਕਰਾਉਣ ਦੇ ਨਾਂ ਦੇ ਉੱਤੇ ਲੋਕਾਂ ਦੀ ਬੜੀ ਲੁੱਟ ਹੁੰਦੀ ਹੈ। ਉਹਦੇ ਡੋਪ ਟੈਸਟ ਤੇ ਢਿੱਲੋਂ ਸਾਹਿਬ ਉਹਦੀ ਵੀ ਗੱਲ ਛੇੜ ਲਈਏ। ਡੋਪ ਟੈਸਟ ਕਰਦਾ ਨਸ਼ੇ ਪੱਤੇ ਦਾ। ਮੈਨੂੰ ਅੱਜ ਤੱਕ ਨਹੀਂ ਕਿਸੇ ਨੇ ਫੀਮ ਬੀਜ ਖਾ ਕੇ, ਭੁੱਕੀ ਖਾ ਕੇ ਜਾਂ ਗੋਲੀ ਚਲਾਈ ਹੋਵੇ। ਗੋਲੀ ਤਾਂ ਦਾਰੂ ਕਰਕੇ, ਦਾਰੂ ਦਾ ਕਿਉਂ ਨਹੀਂ ਕਰਦੇ ਪੁੱਛਣ ਵਾਲੀ ਗੱਲ। ਨਹੀਂ, ਤੁਸੀਂ ਫੀਮ ਭੁੱਕੀ ਖਾਣ ਵਾਲੇ ਦੀ ਗੱਲ ਕਰ ਲਓ। ਫੀਮ ਭੁੱਕੀ ਜਿਹੜੇ ਲੋਕ ਖਾਂਦੇ ਹੈ, ਕਿੰਨੇ ਕਿਤੇ ਅਸਲੇ ਦੇ ਲਾਇਸੈਂਸ ਕੈਂਸਲ ਹੋ ਗਏ, ਕਰਪਸ਼ਨ ਵੱਧ ਗਈ ਹੈ। ਜਿਹੜੇ ਬੰਦੇ ਖਾਣ ਪੀਣ ਵਾਲੇ ਬੰਦੇ ਆ ਉਹ ਨਾਲ ਦੀ ਨਾਲ ਹੀ ਸਾਰਾ ਕੁਛ ਆਪਦਾ ਕਰ ਲੈਂਦੇ ਆ, ਉੱਥੇ ਲੈਣ ਦੇਣ ਹੋ ਕੇ। ਜਿਹੜੇ ਡੋਪ ਟੈਸਟ ਕਰਨ ਵਾਲੇ ਆ ਉਹਨਾਂ ਦੀ ਕਮਾਈ ਵੱਧ ਗਈ ਜੀ। ਤੇ ਫਿਰ ਜਿਹੜੀ ਆ ਬਠਿੰਡੇ ਵਾਲੀ ਗੱਲ ਜੋੜਤੀ ਤੁਸੀਂ, ਇੱਥੇ ਕਹਿੰਦੇ ਇੱਕ ਨਵਾਂ ਗੁੱਡਾ ਟੈਕਸ ਲਾਤਾ ਜੀ, ਕਹਿੰਦੇ ਰਾਈਫਲ ਐਸੋਸੀਏਸ਼ਨ ਦਾ। ਔਰ ਉਹ ਵੀ ਰਾਈਫਲ ਐਸੋਸੀਏਸ਼ਨ ਸਰਕਾਰੀ ਉਹ ਮਾਨਤਾ ਪ੍ਰਾਪਤ ਪ੍ਰਾਈਵੇਟ ਹੈ, ਉਹਦੇ ਚ ਹੋਰ ਵੀ ਲਾਤਾ, ਪੁਲਿਸ ਵਾਲਿਆਂ ਦਾ ਵੀ ਲਾਤਾ। ਜਿਹੜੇ ਪੁਲਿਸ ਵਾਲਿਆਂ ਨੇ, ਜਿਹੜੇ ਰਿਟਾਇਰ ਪੁਲਿਸ ਵਾਲੇ, ਉਹਨਾਂ ਨੂੰ ਤਾਂ ਖੈਰ ਉਹਨੂੰ ਛੋੜ ਦੇਤੀ। ਜੇ ਕੋਈ ਫੌਜੀ ਰਿਟਾਇਰ ਹੋਇਆ ਵੈ ਤੇ ਫੌਜੀ ਜਾਂਦਾ, ਉਹਨੂੰ ਕਹਿੰਦੇ ਵੀ ਤੂੰ ਵੀ ਟ੍ਰੇਨਿੰਗ ਲੈ ਕੇ, ਜਿਨ੍ਹਾਂ ਨੇ ਲੜਾਈਆਂ ਲੜੀਆਂ ਵੀ ਉਹਨਾਂ ਨੂੰ ਕਹਿੰਦੇ ਵੀ ਸਾਬਕਾ ਫੌਜੀ ਜਿਹੜਾ ਤੁਹਾਨੂੰ 에ਅਰ ਪਿਸਟਲ ਦੇ ਨਾਲ ਟ੍ਰੇਨਿੰਗ ਦੇਊ ਜਾਂ 에ਅਰ ਗਨ ਨਾਲ ਦੇਊ, ਉਹਨਾਂ ਦਾ ਇਹ ਸਾਰਾ ਕੁਛ ਹੁੰਦਾ ਹੈ। ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਹੈ ਲੋਕਾਂ ਦੇ ਵਿੱਚ ਹੁਣ ਜਾਗਰਤੀ ਆਈ ਹੈ, ਲੋਕਾਂ ਦੇ ਵਿੱਚ ਚੇਤਨਤਾ ਆਈ ਹੈ। ਲੋਕ ਹੁਣ ਪੋਲੀਟੀਕਲ ਬੰਦਿਆਂ ਨੂੰ ਸੁੱਕੇ ਨਹੀਂ ਜਾਣਦੇ ਤੇ ਸਵਾਲ ਪੁੱਛਦੇ ਜੀ। ਤੇ ਸਵਾਲ ਤਾਂ ਫਿਰ ਸਿੱਧੂ ਨੂੰ ਹੀ ਪੁੱਛਣ ਲੱਗ ਪਏ ਜੀ ਬੀਜੇਪੀ ਵਾਲੇ। ਬੀਜੇਪੀ ਵਾਲੇ ਜਿਹੜੇ ਸਵਾਲ ਪੁੱਛਦੇ ਆ ਨਾ, ਉਹ ਸਵਾਲ ਨਹੀਂ ਪੁੱਛਦੇ। ਅਸਲ ਦੇ ਵਿੱਚ ਬੀਜੇਪੀ ਵਾਲੇ ਆਪਣਾ ਇੱਕ ਏਜੰਡਾ ਤੈਅ ਕਰਦੇ। ਏਜੰਡਾ ਜਿਹੜਾ ਹੈਗਾ ਉਹਨਾਂ ਦਾ, ਕਿਉਂਕਿ ਉਹਨਾਂ ਨੂੰ ਅੰਨੀ ਦੇਸ਼ ਭਗਤੀ ਹੈ ਜੀ। ਅਸਲ ਦੇ ਵਿੱਚ ਇਹ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਦੋਂ ਟੇਕ ਓਵਰ ਕੀਤਾ ਹੈ, ਅਜੇ ਤੱਕ ਬਾਡੀ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬਣੀ ਨਹੀਂ ਜੀ। ਜਦੋਂ ਉਹ ਪ੍ਰਧਾਨ ਥਾਪੇ ਗਏ, ਉਹਨਾਂ ਦੇ ਨਾਲ 4 ਵਰਕਿੰਗ ਪ੍ਰੈਜ਼ੀਡੈਂਟ ਲਾਤੇ ਸੀ। ਸਿੱਧੂ ਸਾਹਿਬ ਨੇ ਫਿਰ ਆਪਣੇ 4 ਲਾ ਲਏ ਸੀਗੇ ਸਲਾਹਕਾਰ ਜੀ। ਉਹਨਾਂ ਸਲਾਹਕਾਰਾਂ ਦੇ ਵਿੱਚੋਂ ਇੱਕ ਸਲਾਹਕਾਰ ਤਾਂ ਜਿਹੜਾ ਮੁਹੰਮਦ ਮੁਸਤਫਾ, ਉਹ ਕਹਿੰਦਾ ਜੀ ਮੈਂ ਤਾਂ ਸਿਆਸਤ 'ਚ ਆਉਣਾ ਹੀ ਨਹੀਂ, ਮੈਂ ਸਿਆਸੀ ਕੰਮਾਂ 'ਚ ਦਖਲ ਨਹੀਂ ਦੇਣਾ। ਉਹਨੇ ਨਾ ਕਰਤੀ ਸੀ ਜੀ, ਪਹਿਲਾਂ ਨਾ ਕਰਤੀ, ਪਰ ਹੁਣ ਪਤਾ ਲੱਗਿਆ ਉਹ ਕਹਿੰਦਾ ਸੀ ਵੀ ਮੈਂ ਸਾਰਿਆਂ ਦੇ ਬਰਾਬਰ ਕਿਵੇਂ, ਮੈਂ ਤਾਂ ਵੱਡਾ ਹੈ। ਕੱਲ ਫਿਰ ਉਹਨੂੰ ਦੁਬਾਰਾ ਇੱਕ ਨਿਯੁਕਤੀ ਪੱਤਰ ਹੋਰ ਦਿੱਤਾ। ਉਹਨੂੰ ਕਹਿੰਦਾ ਚੀਫ ਸਟ੍ਰੈਟੇਜਿਕ ਐਡਵਾਈਜ਼ਰ। ਅੱਛਾ, ਨਵਾਂ ਤੱਕੀ ਜੋ ਘਰ ਦੇ ਲੱਡੂ ਜਿਹੜਾ ਮੁੱਖ ਜਿਹੜਾ ਰਣਨੀਤੀਕਾਰ ਸਲਾਹਕਾਰ ਹੈ ਉਹ ਬਣਾਤਾ। ਨਾਲ ਇਹ ਗੱਲ ਕਹਿ ਦਿੱਤੀ ਕਿ ਉਹ ਬੰਦਾ ਜਿਹੜਾ ਹੈਗਾ, ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਹੈ, ਉਹਦੇ ਨਾਲ ਕੋਆਰਡੀਨੇਟ ਕਰੂਗਾ ਪੰਜਾਬ ਕਾਂਗਰਸ ਕਮੇਟੀ ਵੱਲੋਂ। ਇੱਕ ਵੱਡੀ ਦਿੱਤੀ ਵੀ ਦਿੱਲੀ ਵਾਲੇ ਨਾਲ ਤਾਲਮੇਲ ਭਾਈ ਤੁਹਾਡਾ ਹੋਊਗਾ, ਗੱਡੀ 'ਚ ਬੈਠਾ ਰਿਹਾ ਮਤਲਬ। ਹਾਂ ਚਲੋ ਜੋ ਵੀ ਹੈ। ਜਿਹੜੇ ਬਾਕੀ 3 ਰਹਿ ਗਏ ਸੀ, ਉਹਨਾਂ ਦੇ ਵਿੱਚੋਂ ਇੱਕ ਹੈਗੇ ਜੀ ਡਾਕਟਰ ਅਮਰ ਸਿੰਘ, ਉਹ ਪਾਰਲੀਮੈਂਟ ਦੇ ਮੈਂਬਰ ਆ ਫਤਿਹਗੜ੍ਹ ਸਾਹਿਬ ਤੋਂ ਜੀ। ਇਸੇ ਤਰ੍ਹਾਂ ਡਾਕਟਰ ਪਿਆਰੇ ਲਾਲ ਗਰਗ ਹੈ, ਸਾਬਕਾ ਉਹ ਰਜਿਸਟਰਾਰ ਹੈ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ। ਤੇ ਤੀਸਰੇ ਹੈਗੇ ਆ ਮਾਲਵਿੰਦਰ ਸਿੰਘ ਮਾਲੀ ਜੀ। ਮਾਲਵਿੰਦਰ ਸਿੰਘ ਮਾਲੀ ਜਿਹੜਾ ਬੜਾ ਮਤਲਬ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਉਹ ਦਬੰਗ ਆਦਮੀ ਹੈ। ਉਹ ਜੋ ਉਹਦੇ ਅੰਦਰ ਹੈ ਉਹ ਉਹਦੀ ਜ਼ਬਾਨ ਤੇ ਹੈ ਜੀ। ਉਹ ਬੇਪਰਵਾਹ ਹੈ, ਕਿਸੇ ਦੀ ਉਹ ਪਰਵਾਹ ਨਹੀਂ ਕਰਦਾ। ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ, ਕਿਸੇ ਨੂੰ ਉਹ ਬਖਸ਼ਦਾ ਨਹੀਂ। ਅੱਛਾ ਜੀ। ਚਾਹੇ ਕੋਈ ਕਾਲੀ ਹੈ, ਚਾਹੇ ਕੋਈ ਕਾਂਗਰਸੀ ਹੈ, ਚਾਹੇ ਰਿਹਾ ਸਾਰਿਆਂ ਨਾਲ ਹੀ ਹੈ। ਨਹੀਂ ਦੇਖੋ ਗੱਲ ਹੈ ਵੀ ਉਹਨੇ ਆਪਣੀ ਜਿਹੜੀ ਹੈਗੀ ਹੈ ਰਾਜਨੀਤਿਕ ਜੀਵਨ ਜਿਹੜਾ ਕਰੀਏ ਵਿਦਿਆਰਥੀ ਜੀਵਨ ਤੋਂ ਸ਼ੁਰੂ ਕੀਤਾ ਸੀ। ਵਿਦਿਆਰਥੀ ਜੀਵਨ ਵੇਲੇ ਉਹ ਲੈਫਟ ਦੀ ਜਿਹੜੀ ਸੀਗੀ PSU ਨਾਲੇ ਹੁੰਦੇ ਸੀਗੇ ਜੀ, ਪੰਜਾਬ ਸਟੂਡੈਂਟਸ ਯੂਨੀਅਨ। ਬਠਿੰਡੇ ਦੇ ਰਜਿੰਦਰਾ ਕਾਲਜ ਦੇ ਵਿੱਚ ਹੀ ਉਹਨਾਂ ਦਾ ਦਾਖਲਾ ਹੁੰਦਾ ਸੀ, ਇੱਥੇ ਹੀ ਪੜ੍ਹਦੇ ਹੁੰਦੇ ਸੀਗੇ। ਮੈਂ ਉਦੋਂ ਦਾ ਜਾਣਦਾ ਉਹਨਾਂ ਨੂੰ। ਉਸ ਤੋਂ ਬਾਅਦ ਫਿਰ ਜਦੋਂ PSU ਦੇ ਨਾਲ ਉਹਨਾਂ ਦੇ ਜੀ ਆਪਣੀ ਆਰਗੇਨਾਈਜੇਸ਼ਨ ਸੀ, ਉਹਨਾਂ ਦੀ ਪਾਰਟੀ ਸੀ, ਕਾਮਰੇਡਾਂ ਦੀ ਪਾਰਟੀ ਸੀ, ਮਤਭੇਦ ਆ ਗਏ, ਉਹ ਛੱਡ ਕੇ ਚਲੇ ਗਏ ਸੀ। ਬਾਅਦ ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਨਾਲ ਚਲੇ ਗਏ ਸੀ ਜੀ। ਔਰ ਗੁਰਚਰਨ ਸਿੰਘ ਟੌੜਾ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀਗਾ। ਟੌੜਾ ਸਾਹਿਬ ਨੇ ਉਹਨਾਂ ਨੂੰ ਕਿਤੇ ਕਿਸੇ ਇੰਸਟੀਚਿਊਟ ਦੇ ਵਿੱਚ ਨੌਕਰੀ ਵੀ ਦਵਾਤੀ ਸੀ। ਨੌਕਰੀ ਭਾਵੇਂ ਉਹ ਇੰਸਟੀਚਿਊਟ ਦੀ ਕਰਦੇ ਹੁੰਦੇ ਸੀ, ਲੇਕਿਨ ਕੰਮ ਉਹ ਟੌੜਾ ਸਾਹਿਬ ਦੇ ਨਾਲ ਮੀਡੀਆ ਦਾ ਹੀ ਕਰਦੇ ਹੁੰਦੇ ਸੀ ਜੀ। ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਉਹ ਟੀਚਰ ਭਰਤੀ ਹੋ ਗਏ। ਟੀਚਰ ਭਰਤੀ ਹੋਣ ਤੋਂ ਬਾਅਦ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਭਰਤਿੰਦਰ ਸਿੰਘ ਚਾਹਲ ਹੁੰਦੇ ਸੀ, ਉਹ ਉਹਨਾਂ ਦੇ ਨਾਲ PRO ਲਾ ਕੇ ਡੈਪੂਟੇਸ਼ਨ ਤੇ, ਐਜੂਕੇਸ਼ਨ ਡਿਪਾਰਟਮੈਂਟ ਤੋਂ ਡੈਪੂਟੇਸ਼ਨ ਤੇ ਲੈ ਕੇ ਉਹਨਾਂ ਨਾਲ ਲਾਤੇ।
ਔਰ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਉਹ ਹਰਚਰਨ ਸਿੰਘ ਬੈਂਸ ਨਾਲ ਵੀ PR ਹੋ ਰਹੇ ਹੈ। ਅੱਛਾ, ਹਾਂ, ਉਹਦੇ ਵੀ ਰਹੇ, ਆਪ ਹੀ ਦੱਸ ਕੇ ਗਏ ਸੀ। ਹਰਚਰਨ ਸਿੰਘ ਬੈਂਸ ਹੋਰੀ ਜਿਹੜੇ ਹੈਗੇ ਉਹ ਬਾਦਲ ਸਾਹਿਬ ਦੇ ਮੀਡੀਆ ਐਡਵਾਈਜ਼ਰ ਹੁੰਦੇ ਸੀ। ਸੋ ਹੁਣ ਉਹ ਜਿਹੜੇ ਹੈਗੇ ਰਿਟਾਇਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੈ। ਔਰ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੁੰਦਿਆਂ ਉਹਨਾਂ ਨੇ ਕਿਸਾਨ ਅੰਦੋਲਨ ਦੀ ਬਹੁਤ ਵੱਡੀ ਮਦਦ ਕੀਤੀ ਹੈ। ਅੱਛਾ ਜੀ। ਹਾਲਾਂਕਿ ਮੈਂ ਤੁਹਾਡੇ ਨਾਲ ਹੀ ਉਹਨਾਂ ਦੀ ਇੰਟਰਵਿਊ ਸੁਣੀ ਸੀ ਵੀ ਉਹ ਤਾਂ ਜਾਣਦੇ ਵੀ ਨਹੀਂ ਸੀ। ਅਜਮੇਰ ਸਿੰਘ ਲੱਖੋਵਾਲ ਹੋਰਾਂ ਨਾਲ ਕਦੇ ਉਹਨਾਂ ਦਾ ਆਪਣੇ ਸਾਹਮਣੇ ਕਦੇ ਨਹੀਂ ਹੋਈ ਸੀ, ਲੇਕਿਨ ਇੱਕ ਚੰਗੀ ਪਹੁੰਚ ਅਪਣਾਈ ਵੀ ਹਾਂ ਠੀਕ ਹੈ ਯਾਰ ਕਿਸਾਨ ਅੰਦੋਲਨ ਚੱਲਦੇ ਆ ਤੇ ਉਸ ਅੰਦੋਲਨ ਨੂੰ ਜਿਹੜੇ ਕੁਝ ਥੜਕਾਉਣ ਵਾਲੇ ਲੋਕ ਸੀ ਜੀ ਉਹਨਾਂ ਥੜਕਾਉਣ ਵਾਲੇ ਲੋਕਾਂ ਨੂੰ ਜੇ ਸਭ ਤੋਂ ਜ਼ਿਆਦਾ ਕਿਸੇ ਨੇ ਮਤਲਬ ਅਭੀ ਲੰਮੇ ਹੱਥੀ ਲਿਆ ਤਾਂ ਉਹ ਮਾਲਵਿੰਦਰ ਸਿੰਘ ਮਾਲੀ ਨੇ। ਜਿਹੜੇ ਲੋਕ ਇਸ ਅੰਦੋਲਨ ਨੂੰ ਲੀਹੋਂ ਲਾਉਂਦੇ ਸੀ ਉਹਨਾਂ ਨੂੰ ਜਿਹੜਾ ਹੈਗਾ ਬਿਲਕੁਲ ਨਿਖੇੜ ਕੇ ਰੱਖਤਾ, ਉਹਨਾਂ ਨੂੰ ਐਕਸਪੋਜ਼ ਕਰਕੇ ਰੱਖਤਾ ਕਿ ਇਹ ਗਲਤ ਕੰਮ ਕਰਦੇ ਆ ਔਰ ਇਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸ਼ੁਰੂ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਨੇ ਇੱਕ ਆਪਣਾ ਏਜੰਡਾ ਦਿੱਤਾ ਹੈ ਸਾਰਾ ਕੁਛ ਹੈ ਤੇ ਉਹਨੂੰ ਵੀ ਜਾਪਿਆ ਕਿ ਇਹ ਏਜੰਡਾ ਜਿਹੜਾ ਪ੍ਰੋ ਪੰਜਾਬ ਹੈ ਇਹ ਪੰਜਾਬ ਦੇ ਹੱਕ ਵਿੱਚ ਹੈ ਤੇ ਉਹ ਵੀ ਉਹਨਾਂ ਦੇ ਨਾਲ ਚਲੇ ਗਏ ਜੀ। ਲੇਕਿਨ ਉਹਨਾਂ ਦਾ ਇਹ ਗੱਲ ਕਹਿਣਾ ਕਿ ਮੈਂ ਨਵਜੋਤ ਸਿੰਘ ਸਿੱਧੂ ਦਾ ਐਡਵਾਈਜ਼ਰ ਜ਼ਰੂਰ ਹਾਂ, ਮੈਨੂੰ ਨੇ ਐਡਵਾਈਸ ਬਸ ਲੈਣ ਵਾਸਤੇ ਰੱਖਿਆ ਵਾ ਜੀ। ਮੈਂ ਕੋਈ ਤਨਖਾਹ ਨਹੀਂ ਲੈਣੀ, ਮੈਂ ਕਾਂਗਰਸ ਪਾਰਟੀ ਦਾ ਮੈਂਬਰ ਨਹੀਂ, ਮੈਂ ਕਾਂਗਰਸ ਪਾਰਟੀ ਦੀ ਕਿਸੇ ਮੀਟਿੰਗ ਦੇ ਵਿੱਚ ਨਹੀਂ ਜਾਣਾ। ਖਿਆਲ ਆਪੋ ਆਪਣੇ, ਉਹ ਕਹਿੰਦਾ ਮੈਂ ਆਜ਼ਾਦ ਬੰਦਾ, ਮੈਂ ਆਪਣੇ ਜਿਹੜੀ ਹੈਗੇ ਜੇ ਉੱਥੋਂ ਮੈਥੋਂ ਕੋਈ ਸਲਾਹ ਮੰਗੂਗਾ ਜੀ ਕਾਂਗਰਸ ਪਾਰਟੀ ਦੀ ਨੀਤੀ ਦੇ ਮੁਤਾਬਕ, ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਦੇ ਮੁਤਾਬਕ ਮੈਂ ਉਹਨੂੰ ਸਲਾਹ ਦੇ ਦੂੰਗਾ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੀ ਅਕਲ ਨੂੰ ਕੱਢਾ ਦੇਣਾ ਜੀ। ਜਿਹੜੀ ਮੇਰੀ ਆਪਦੀ ਅਪਰੋਚ ਹੈ, ਮੇਰੀ ਅਪਰੋਚ ਉਹੀ ਰਹੂਗੀ ਜੋ ਪਹਿਲਾਂ ਸੀ। ਤਾਂ ਹੁਣ ਉਹ ਗਾਹੇ ਗਵਾਹੇ ਦੇ ਦਿੰਦਾ। ਇਸ ਵੇਲੇ ਕਸ਼ਮੀਰ ਦਾ ਮੁੱਦਾ ਜਿਹੜਾ ਭਖਿਆ ਹੋਇਆ ਜੀ, ਕਸ਼ਮੀਰ ਦੇ ਮੁੱਦੇ ਦੇ ਨਾਲ ਅਫਗਾਨਿਸਤਾਨ ਦਾ ਮੁੱਦਾ ਜੁੜ ਗਿਆ। ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਵੀ ਉਹ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕਰਦੇ ਹੈ। ਕਾਂਗਰਸ ਪਾਰਟੀ ਦੇ ਅੰਦਰਲੇ ਕਾਟੋ ਕਲੇਸ਼ ਦੇ ਨਾਲ ਨਾਲ ਉਹਦੀ ਜੋ ਅਪਰੋਚ ਜਿਹੜੀ ਹੈਗੀ ਹੈ ਪੰਜਾਬ ਦੇ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ, ਉਹਦੇ ਤੇ ਵੀ ਡਟ ਕੇ ਸਟੈਂਡ ਕਰਦੇ। ਲੇਕਿਨ ਹੁਣ ਉਹਨਾਂ ਨੇ ਕਹਿਤਾ ਕਿ ਕਸ਼ਮੀਰ ਜਿਹੜਾ ਹੈਗਾ ਇੱਕ ਆਜ਼ਾਦ ਦੇਸ਼ ਹੁੰਦਾ ਸੀ ਜੀ। ਦੁਨੀਆ ਦੀ ਕਿਹੜੀ ਤਾਕਤ ਤੋਂ ਮੁੱਕਰੂਗੀ? ਕੋਈ ਨਹੀਂ ਮੁੱਕਰ ਸਕਦਾ। 47 ਵੇਲੇ ਜਿਹੜਾ ਵਾਕਈ ਜਿਹੜੇ ਹੈਗੀਆਂ ਸਟੇਟਾਂ ਨੂੰ ਆਜ਼ਾਦ ਛੱਡਤਾ ਸੀ ਉਹ ਆਜ਼ਾਦ ਸੀ। ਉਹ ਕਹਿੰਦਾ ਜੀ ਆਜ਼ਾਦ ਸੀ, ਕਸ਼ਮੀਰੀਆਂ ਨੂੰ ਆਤਮ ਨਿਰਣੇ ਦਾ ਹੱਕ ਹੈ। ਔਰ UN ਦੇ ਵਿੱਚ ਵੀ ਇਹ ਮਾਮਲਾ ਗਿਆ ਸੀ। ਇਹਦੇ ਤੇ ਜੀ ਲਾਲਾ ਕਰਕੇ ਲੋਕ ਉਹਦੇ ਮਗਰ ਪੈ ਗਏ। ਫਿਰ ਉਹਨੇ ਕਲੈਰੀਫਿਕੇਸ਼ਨ ਦਿੱਤੀ ਜੀ ਤੇ ਕਲੈਰੀਫਿਕੇਸ਼ਨ ਦੇ ਕੇ ਉਹਨੇ ਸਵਾਲੀਆ ਨਿਸ਼ਾਨ ਖੜੇ ਕੀਤੇ। ਉਹ ਕਹਿੰਦੇ ਜੇ ਕਸ਼ਮੀਰ ਇੱਕ ਅਲੱਗ ਦੇਸ਼ ਨਹੀਂ ਸੀ, ਜਦੋਂ ਮਹਾਰਾਜਾ ਹਰੀ ਸਿੰਘ ਨੇ ਕਸ਼ਮੀਰ ਦਾ ਇੰਡੀਆ ਨਾਲ ਰਲੇਵਾਂ ਕੀਤਾ ਉਸ ਵੇਲੇ ਫਿਰ ਧਾਰਾ 370 ਕਿਉਂ ਬਣਾਈ ਗਈ? ਜਿੰਨੇ ਬੰਦੇ ਕਹਿੰਦਾ ਵੀ ਇਸ ਗੱਲ ਦਾ ਵਿਰੋਧ ਕਰਦੇ ਉਹ ਦੱਸਣ ਵੀ ਧਾਰਾ 370 ਕਿਉਂ ਬਣਾਈ, ਕਿਵੇਂ ਬਣੀ ਸੀ? ਧਾਰਾ 35 ਕਿਵੇਂ ਪੈਦਾ ਹੋਈ? ਸੰਵਿਧਾਨ ਦੇ ਵਿੱਚ ਚੇਂਜਸ ਕਿਵੇਂ ਹੋਈਆਂ? ਸੰਵਿਧਾਨ 'ਚ ਇਹਨਾਂ ਨੂੰ ਥਾਂ ਕਿਵੇਂ ਦਿੱਤਾ ਗਿਆ? ਇਹ ਸਵਾਲ ਉਹ ਖੜੇ ਕਰਦਾ ਜੀ ਜੀ। ਕਹਿੰਦਾ ਵੀ ਮੈਨੂੰ ਇਹਨਾਂ ਦਾ ਜਵਾਬ ਦੇ ਦਿਓ। ਜਿੱਥੋਂ ਤੱਕ ਆਪਾਂ ਮਾਲੀ ਦੀ ਦੇਖੀਏ ਸਿਧਾਂਤਕ ਪੋਜੀਸ਼ਨ ਉਹਦੀ ਬਿਲਕੁਲ ਠੀਕ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਧਾਰਾ 370 ਖਤਮ ਕਰਨ ਤੋਂ ਬਾਅਦ ਕਸ਼ਮੀਰੀਆਂ ਦੇ ਉੱਤੇ ਜਿਵੇਂ ਤਸ਼ੱਦਦ ਹੋਇਆ ਜੀ, ਜਿਵੇਂ ਕਸ਼ਮੀਰੀਆਂ ਨੂੰ ਇੱਕ ਕਿਸਮ ਦਾ ਸਮਝ ਲਓ ਵੀ ਤੁਸੀਂ ਸੂਬਾ ਰਹਿਤ ਹੀ ਕਰਤਾ, ਯੂਨੀਅਨ ਟੈਰੀਟਰੀ ਬਣਾਤੀ, ਇੱਕ ਜੰਮੂ ਕਸ਼ਮੀਰ ਨੂੰ ਤੋੜ ਕੇ ਉਹਦੇ 2 ਟੁਕੜੇ ਕਰ ਦਿੱਤੇ। ਇਹਦੇ ਉੱਤੇ ਜੰਮੂ ਕਸ਼ਮੀਰ ਦੇ ਲੋਕ ਵੀ ਚਲੋ ਜਿਹੜੇ ਹੈਗੇ ਅੰਦਰੋਂ ਅੰਦਰ ਤਾਂ ਉਹ ਵੀ ਹੈ, ਪਰ ਉਹਨੇ ਆਪਣੇ ਇੰਡੀਪੈਂਡੈਂਟ ਵਿਊਜ਼ ਰੱਖਤੇ। ਭਾਰਤੀ ਜਨਤਾ ਪਾਰਟੀ ਨੂੰ ਹੁਣ ਇੱਕ ਮਿਲ ਗਿਆ ਮੁੱਦਾ ਜੀ। ਇਕੱਲਾ ਭਾਰਤੀ ਜਨਤਾ ਪਾਰਟੀ ਨੂੰ ਮਿਲ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਮਿਲ ਗਏ। ਆਮ ਆਦਮੀ ਪਾਰਟੀ ਵਾਲੇ ਵੀ ਖੜੇ ਹੋ ਗਏ, ਇਧਰ ਪ੍ਰਧਾਨ ਜੀ ਵੀ ਅਕਾਲੀ ਦਲ ਦੇ ਉਹ ਵੀ ਖੜੇ ਹੋ ਗਏ, ਭਾਰਤੀ ਜਨਤਾ ਪਾਰਟੀ ਵਾਲੇ ਵੀ ਖੜੇ ਹੋ ਗਏ ਤੇ ਨਵਜੋਤ ਸਿੱਧੂ ਨੂੰ ਜੀ ਉਹਨਾਂ ਨੇ ਟਾਰਗੇਟ ਕਰ ਲਿਆ। ਭਾਰਤੀ ਆਪਣਾ ਆਮ ਆਦਮੀ ਪਾਰਟੀ ਵਾਲੇ ਤਾਂ ਰਾਘਵ ਚੱਡਾ ਕਹਿੰਦੇ ਜੀ ਮੈਂ ਚਿੱਠੀ ਲਿਖ ਦਿੱਤੀ। ਨਵਜੋਤ ਸਿੱਧੂ ਨੂੰ ਪੁੱਛਦੇ ਆ ਵੀ ਤੁਸੀਂ ਦੱਸੋ ਜੀ ਨਵਜੋਤ ਸਿੱਧੂ ਜੀ ਤੁਹਾਡੇ ਐਡਵਾਈਜ਼ਰ ਕੀ ਬੋਲਦੇ ਆ ਜੀ। ਭਾਰਤੀ ਜਨਤਾ ਪਾਰਟੀ ਵਾਲੇ ਕੱਲ ਅਧਰੰਗੇ ਹੋ ਕੇ ਤੇ ਜਿਹੜੀ ਅੰਮ੍ਰਿਤਸਰ ਵਾਲੀ ਕੋਠੀ ਹੈ ਉੱਥੇ ਪਹੁੰਚ ਗਏ। ਉਹ ਰੂਲਿੰਗ ਪਾਰਟੀ ਦਾ ਪ੍ਰੈਜ਼ੀਡੈਂਟ ਹੈ, ਪੁਲਿਸ ਦਾ ਉੱਥੇ ਪ੍ਰਬੰਧ ਸੀ। ਫਿਰ ਉਹ ਬੈਰੀ ਬੂਰੀਕੇਡ ਤੋੜਨ ਲੱਗੇ, ਉਹਨਾਂ ਨੇ ਪੁਲਿਸ ਵਾਲੇ ਨੇ ਥੋੜਾ ਬਹੁਤ ਸਖਤੀ ਕੀਤੀ, ਭਜਾਤੇ ਇੱਥੋਂ। ਉਹ ਗੱਲ ਨਹੀਂ ਹੋਣ ਦਿੱਤੀ। ਨਾਲ ਉਹਨੂੰ ਪ੍ਰਧਾਨ ਜੀ ਵੀ ਕਹਿੰਦੇ ਜੀ, ਕਹਿੰਦੇ ਇਹ ਬਹੁਤ ਮਾੜੀ ਗੱਲ ਹੋਈ। ਇਹ ਤਾਂ ਜੀ ਜਿਹੜਾ ਮਾਲੀ ਹੈ, ਜਿਹੜਾ ਜੋ ਕੁਛ ਮਾਲੀ ਬੋਲਦਾ ਤਾਂ ਪ੍ਰਧਾਨ ਆਪਣੇ ਨਵਜੋਤ ਸਿੰਘ ਸਿੱਧੂ ਬੋਲਦੇ, ਟਾਰਗੇਟ ਕਰ ਲਿਆ ਸਭ ਨੇ, ਉਹਨਾਂ ਨੂੰ ਘੇਰ ਲਿਆ। ਪਹਿਲੀ ਗੱਲ ਤਾਂ ਕਿ ਆਪੋਜੀਸ਼ਨ ਕੋਲ ਕੋਈ ਮੁੱਦਾ ਨਹੀਂ ਸੀ, ਬਿਨਾਂ ਬਣਾਇਆ ਉਹਨਾਂ ਨੂੰ ਮੁੱਦਾ ਮਿਲ ਗਿਆ ਜੀ ਜੀ। ਦੂਜੀ ਗੱਲ ਹੈ ਕਿ ਜਦੋਂ ਉਹਨੇ ਪਹਿਲਾਂ ਹੀ ਕਲੀਅਰ ਕੀਤਾ ਹੋਇਆ ਕਿ ਮੈਂ ਆਪਣੀ ਗੱਲ ਕਹੂੰਗਾ, ਮੈਂ ਆਪਦੀ ਗੱਲ ਕਹਿਣ ਤੋਂ ਨਹੀਂ ਹਟਦਾ। ਅੱਛਾ, ਕਾਂਗਰਸ ਪਾਰਟੀ ਦੇ ਅੰਦਰੋਂ ਰਾਜ ਕੁਮਾਰ ਬੇਰਕਾ ਵੀ ਬੋਲੀ ਜਾਂਦਾ ਸੀ ਵੀ ਜੀ ਮਾਲੀ ਜੀ ਨੂੰ ਨਹੀਂ ਬੋਲਣਾ ਚਾਹੀਦਾ ਜਾਂ ਸਿੱਧੂ ਸਾਹਿਬ ਨੂੰ ਚਾਹੀਦਾ ਕਿ ਉਹਨਾਂ ਨੂੰ ਰੋਕ ਦੇਣ ਵਗੈਰਾ ਵਗੈਰਾ। ਪਰ ਜਿਹੜੇ ਬੰਦੇ ਨੇ ਆਪਦੀ ਗੱਲ ਕੋਈ ਲੁਕੋ ਕੇ ਨਹੀਂ ਰੱਖੀ, ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਰਹਿਣ ਦਿਓ। ਹਾਂ, ਜੇ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਇਹ ਤਾਂ ਉਹ ਦੇਖੇ ਵੀ ਉਹਨੇ ਕੀ ਕਰਨਾ। ਪਰ ਅਗਲੀ ਗੱਲ ਇਹਦੇ 'ਚ ਇਹ ਬਈ ਉਹ ਜਦੋਂ ਹੁਣ ਕੱਲ ਫੇਰ ਦੁਬਾਰਾ ਬਣ ਗਿਆ ਮੁਹੰਮਦ ਮੁਸਤਫਾ, ਹਾਂਜੀ, ਇੱਥੇ ਆ ਕੇ ਥੋੜੀ ਜਿਹੀ ਕੰਟਰੈਕਸ਼ਨ ਫੇਰ ਪੈਦਾ ਹੁੰਦੀ। ਅੱਛਾ ਜੀ, ਕਿ ਇੱਕ ਪਾਸੇ ਤਾਂ ਤੁਸੀਂ ਜਿਹੜੀ ਹੈਗੀ ਹੈ ਸਿੱਖ ਭਾਈਚਾਰੇ ਨੂੰ ਵਿਨੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਔਰ ਸੁਮੇਧ ਸਿੰਘ ਸੈਣੀ ਦੇ ਖਿਲਾਫ ਸੋਸ਼ਲ ਮੀਡੀਆ ਤੇ ਜੋ ਕੁਛ ਆ ਰਿਹਾ ਜੀ, ਇਹ ਤਾਂ ਵੀ ਬੰਦੇ ਮਾਰਨ ਵਾਲਾ ਸੀ ਜੀ, ਇਹਨਾਂ ਸਿੱਖਾਂ ਦਾ ਨਸਲਕੁਸ਼ੀ ਕਰਤੀ, ਜੋ ਕਰਤੀ ਵਾਹ ਕਰਤੀ। ਤੇ ਜਿਸ ਵੇਲੇ ਸੁਮੇਧ ਸਿੰਘ ਸੈਣੀ SSP ਹੁੰਦੇ ਸੀ, ਉਸੇ ਵੇਲੇ ਮੁਹੰਮਦ ਮੁਸਤਫਾ ਵੀ ਹੁੰਦਾ ਸੀ ਜੀ ਜੀ। ਉਹਦਾ ਟਰੈਕ ਰਿਕਾਰਡ ਜਿਹੜਾ ਹਿਊਮਨ ਰਾਈਟਸ ਨੂੰ ਲੈ ਕੇ ਕਿੰਨਾ ਉਹ ਕਿਹੜਾ ਬਾਲਾ ਵਧੀਆ, ਇਸ ਕਰਕੇ ਮਤਲਬ ਕਈ ਗੱਲਾਂ ਇਹੋ ਜਿਹੀਆਂ
ਇਹ ਥੋੜ੍ਹਾ ਜਿਹਾ ਜਿਹੜਾ ਹੈਗਾ ਐਡਵਾਈਜ਼ਰ ਬਣਾਉਣ ਤੋਂ ਪਹਿਲਾਂ ਬੰਦੇ ਦੇ ਵਿਚਾਰ ਕੀ ਹੈ ਸੋਚ ਲੈਣਾ ਚਾਹੀਦਾ, ਦੇਖ ਲੈਣਾ ਚਾਹੀਦਾ, ਜਾਂ ਸਪਸ਼ਟ ਕਰ ਦੇਣਾ ਚਾਹੀਦਾ। ਇੱਕ ਨਵਜੋਤ ਸਿੰਘ ਸਿੱਧੂ ਜੀ ਸਪਸ਼ਟ ਕਰ ਦੇਣ ਕਿ ਉਹਦੇ ਵਿਚਾਰ ਆਪਦੇ, ਮੈਂ ਜਿਸ ਕੰਮ ਵਾਸਤੇ ਲਿਆ, ਜਦੋਂ ਮੈਂ ਕੋਈ ਕੰਮ ਲਊਂਗਾ ਭਾਈ ਮੈਂ ਬੋਲੂੰਗਾ ਤਾਂ ਮੈਨੂੰ ਕਹਿ ਦਿਓ ਜੀ। ਤੇ ਢਿੱਲੋਂ ਸਾਹਿਬ ਫਿਰ ਇੱਕ ਪੰਜਾਬ ਸਰਕਾਰ ਨੇ ਸਪੈਸ਼ਲ ਲੀਵ ਪਟੀਸ਼ਨ ਦਾਖਲ ਕੀਤੀ, ਉਹ ਕਿਹੜੇ ਮਾਮਲੇ 'ਚ ਕੀਤੀ ਹੈ ਜੀ? ਉਹ ਕੀਤੀ ਹੈ ਜੀ ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ 'ਚ। ਅੱਛਾ ਜੀ। ਇਹ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰਨ ਦਾ ਮਤਲਬ ਇਹ ਹੈ ਕਿ ਜਿਹੜਾ ਬਹਿਬਲ ਕਲਾਂ ਕਾਂਡ ਤੇ ਕੋਟਕਪੂਰਾ ਕਾਂਡ, ਅਸਲ ਤਾਂ ਕੋਟਕਪੂਰਾ ਕਾਂਡ ਹੈ, ਉਹਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਜੀ। ਇੱਕ ਪੁਲਿਸ ਕਰਮਚਾਰੀ ਨੇ ਪਟੀਸ਼ਨ ਦਾਇਰ ਕਰਤੀ। ਉਹ ਨਾਂ ਪੁਲਿਸ ਕਰਮਚਾਰੀ ਦਾ ਸੀ, ਅਸਲ ਦੇ ਵਿੱਚ ਫੋਰਸਿਸ ਮਗਰੋਂ ਕੋਈ ਹੋਰ ਸੀ ਜੀ। ਉਹਨੇ ਕਿਹਾ ਸੀਗਾ ਜੀ ਵੀ ਇਹ ਮੈਨੂੰ ਗਲਤ ਕੀਤਾ ਵਾ, ਲੇਕਿਨ ਉਹਨਾਂ ਨੇ ਉਹ SIT ਭੰਗ ਕਰਤੀ। SIT ਵੱਲੋਂ ਦਾਇਰ ਕੀਤੀਆਂ ਜਿਹੜੀਆਂ ਸਾਰੀਆਂ ਚਾਰ ਸ਼ੀਟਾਂ ਸੀ ਉਹ ਖਤਮ ਕਰਤੀਆਂ ਤੇ ਨਾਲ ਦਿਸ਼ਾ ਨਿਰਦੇਸ਼ ਤੈਅ ਕਰਤੀ ਕਿ ਨਵੀਂ SIT ਕਿਸ ਤਰ੍ਹਾਂ ਦਾ ਕੀ ਕੁਛ ਕਰੂਗੀ ਜੀ। ਜੇ ਨਵੀਂ SIT ਉਸ ਜੱਜਮੈਂਟ ਦੇ ਮੁਤਾਬਕ ਚੱਲਦੀ ਹੈ ਤਾਂ ਮੇਰੇ ਖਿਆਲ ਵੀ ਕੁਛ ਵੀ ਨਹੀਂ ਕਰ ਸਕਦੀ। ਉਹਦੀਆਂ ਜਿਹੜੀਆਂ ਹੱਥ ਇਹਨੇ ਬੰਨ੍ਹ ਦਿੱਤੇ। ਹੁਣ ਕਿਉਂਕਿ 18 ਨੂੰ 31 ਪ੍ਰੋਗਰਾਮ ਵੀ ਆ ਗਿਆ, ਚੋਣਾਂ ਵੀ ਨੇੜੇ ਆ ਗਈਆਂ ਔਰ ਸਰਕਾਰ ਨੇ ਆਪਣਾ ਦਿਖਾਉਣਾ, ਭਾਵੇਂ ਸਰਕਾਰ ਨੇ ਨਵੀਂ SIT ਬਣਾਤੀ, ਉਹ ਆਪਦਾ ਕੰਮ ਕਰੀ ਜਾਂਦੀ ਹੈ ਜੀ। ਲੇਕਿਨ ਜਿਹੜੀ ਪਲੀ ਲਈ ਹੈ ਇਹਦੇ 'ਚ, ਪਲੀ ਇਹਦੇ 'ਚ ਬੜੀ ਕਾਨੂੰਨੀ ਲਈ ਹੈ ਜੀ ਕਿ ਜਿਹੜੀ ਉੱਪਰਲੀ ਕੋਰਟ ਹੈ, ਜਦੋਂ ਕੇਸ ਟੂ ਕੋਰਟ ਹੋ ਗਿਆ, ਅਦਾਲਤ 'ਚ ਚਲਾਨ ਪੇਸ਼ ਹੋ ਗਿਆ ਔਰ ਟ੍ਰਾਇਲ ਸ਼ੁਰੂ ਹੋ ਗਈ, ਚੱਲਦੀ ਟ੍ਰਾਇਲ ਦੇ ਵਿੱਚ ਉੱਪਰਲੀ ਅਦਾਲਤ ਇੰਟਰਫੀਅਰ ਨਹੀਂ ਕਰ ਸਕਦੀ ਜੀ। ਇੱਥੇ ਉਹ ਕਹਿੰਦੇ ਵੀ ਹਾਈ ਕੋਰਟ ਨੇ ਆਪਣੀਆਂ ਹੱਦਾਂ ਉਲੰਘ ਗਏ। ਹਾਈ ਕੋਰਟ ਤੋਂ ਇੱਕ ਬੰਦਾ ਰਿਲੀਫ ਮੰਗਦਾ, ਜਿਨ੍ਹਾਂ ਨੇ ਰਿਲੀਫ ਨਹੀਂ ਸੀ ਮੰਗੀ ਜੀ, ਰਿਲੀਫ ਉਹਨਾਂ ਨੂੰ ਵੀ ਦੇਤੀ। ਰਿਲੀਫ ਉਹਦੇ ਵਿੱਚ ਇੱਕ ਸੁਖਬੀਰ ਸਿੰਘ ਬਾਦਲ ਦਾ ਵੀ ਕਹਿੰਦੇ ਕੋਈ ਕਸੂਰ ਨਹੀਂ। ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਨੇ ਜੇ ਕਹਿੰਦੇ DGP ਸੁਮੇਧ ਸਿੰਘ ਸੈਣੀ ਨਾਲ ਗੱਲ ਕਰ ਲਈ ਤੇ ਉਹਨਾਂ ਦਾ ਕੀ ਕਸੂਰ ਹੈ? ਉਹ ਕਹਿੰਦੇ ਵੀ ਉਧਰ ਹੈ ਤੇ ਚਾਹੇ ਉਧਰ ਹੈ, ਦੋਨਾਂ ਥਾਵਾਂ ਤੇ ਜਦੋਂ ਮਤਲਬ ਜਿਹੜੇ ਹੈਗੇ ਹੈ ਲਾ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ ਤੇ ਟੈਲੀਫੋਨ ਤੇ ਇੱਕ ਦੂਜੇ ਨਾਲ ਗੱਲ ਕਰ ਲੈਂਦੇ। ਔਰ ਇਹ ਮੇਰੇ ਖਿਆਲ ਮੁਤਾਬਕ SLP ਹੋਣੀ ਚਾਹੀਦੀ ਸੀ, ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਨਾ ਨਵੀਂ SIT ਨੇ ਜੀ, ਉਸ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੀਆਂ ਬਾਹਾਂ ਨਾ ਬੰਨੀਆਂ ਜਾਣ, ਉਹ ਖੁਲਵਾਉਣ। ਕਈ ਲੋਕ ਇਹ ਕਹਿੰਦੇ ਕਿ ਫਿਰ ਪਹਿਲਾਂ ਅਪੀਲ ਕਿਉਂ ਨਹੀਂ ਕੀਤੀ? ਜੇ ਪਹਿਲਾਂ ਅਪੀਲ ਕਰਦੇ ਤੇ ਪਤਾ ਨਹੀਂ ਇਹ ਅਪੀਲ ਕਦੋਂ ਤੱਕ ਅਪੀਲ ਕਰੂ ਜਾਂ SLP ਪਤਾ ਨਹੀਂ ਕਦੋਂ ਤੱਕ ਚੱਲੂਗੀ। ਉਨੀ ਦੇਰ ਤੱਕ ਕੀ ਹੋਣਾ ਕਿ ਜਿਹੜੀ ਫਿਰ ਇਹ SIT ਬੇਅਰਥ ਹੋ ਜਾਣੀ ਸੀ ਜੀ। SIT ਫਿਰ ਬਣਾਉਣ ਦੀ ਲੋੜ ਨਹੀਂ ਪੈਣੀ ਸੀਗੀ ਜੇ ਤੁਸੀਂ ਕਰਦੇ। SIT ਬਣਾ ਕੇ ਜਿਹੜੀ PIL ਪਾਈ ਹੈ, ਇਹ PIL ਸਿਰਫ ਤੇ ਸਿਰਫ ਇਹ ਪਾਈ ਹੈ ਕਿ ਟ੍ਰਾਇਲ ਸ਼ੁਰੂ ਹੋਣ ਤੋਂ ਬਾਅਦ ਜਿਹੜੀ ਹੈ ਉਹ ਨਹੀਂ ਇਸ ਤਰ੍ਹਾਂ ਕਰ ਸਕਦੇ। ਹਾਂ, ਜੇ ਰਿਲੀਫ ਮਿਲ ਗਈ ਠੀਕ ਹੈ, ਜੇ ਨਾ ਰਿਲੀਫ ਮਿਲੀ ਤਾਂ SIT ਆਪਦਾ ਕੰਮ ਕਰੀ ਜਾਂਦੀ ਹੈ। ਪਰ ਮੇਰੇ ਖਿਆਲ ਮੁਤਾਬਕ ਹੈ ਕਿ ਜਿਹੜੀਆਂ ਬੇਲੋੜੀਆਂ ਟਿੱਪਣੀਆਂ ਜਾਂ ਬੇਲੋੜੀਆਂ ਜਿਹੜੀਆਂ ਹਦਾਇਤਾਂ ਕੀਤੀਆਂ ਇਹ ਜੱਜਮੈਂਟ ਦੇ ਵਿੱਚ ਜੀ, ਇਹ ਸ਼ਾਇਦ ਇਹਨਾਂ 'ਚ ਸੁਧਾਰ ਹੋ ਜਾਏ, ਕਿਉਂਕਿ ਉੱਪਰਲੀ ਅਦਾਲਤ ਜਿਹੜੀ ਹੈ ਹੋਰ ਹਿਸਾਬ ਨਾਲ ਕੰਮ ਕਰਦੀ ਹੈ, ਹੇਠਲੀਆਂ ਹੋਰ ਕਰਦੀਆਂ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹਿਣਗੇ। ਸੋ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ।